ਵਾਹਿਗੁਰੂ ਸਾਹਿਬ ਜੀਓ। ਮੈਂ ਨਾਹੀਂ ਕਾਸ਼ ਹਾਉ ਨਹੀਂ, ਕਿਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲਿਹੋ, ਸਦਨਾ ਜਾਨ ਤੂਰਾ। ਬੇਸ਼ੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪ੍ਰਭਾਤੀ ਮਹੱਲਾ ਪਹਿਲਾ। ਨਿਵਲੀ ਕਰਮ ਭੁਅੰਗਮ ਪਾਠੀ, ਰੇਚਕ ਪੂਰਕ ਕੁੰਭ ਕਰੈ। ਬਿਨ ਸਤਿਗੁਰ ਕਿਛ ਸੋਝੀ ਨਾਹੀ, ਭਰਮੇ ਭੂਲਾ ਬੂਡ ਮਰੈ। ਅੰਧਾ ਭਰਮ ਭਰ ਭਰ ਧੋਵੈ, ਅੰਧਾ ਭਰਿਆ ਭਰ ਭਰ ਧੋਵੈ। ਅੰਤਰ ਕੀ ਮਲ ਕਦੇ ਨਾ ਲਹੈ, ਨਾਮ ਬਿਨਾ ਫੋਕਟ ਸਭ ਕਰਮਾ। ਜਿਉ ਬਾਜੀਗਰ ਭਰਮ ਭੁੱਲੈ। ਪ੍ਰਭਾਤੀ ਮਹੱਲਾ ਪਹਿਲਾ। ਨਿਵਲੀ ਕਰਮ ਭੁਅੰਗਮ ਪਾਠੀ, ਰੇਚਕ ਪੂਰਕ ਕੁੰਭ ਕਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਪ੍ਰਭਾਤੀ ਰਾਗ ਦੀ ਅੰਦਰ ਹੈ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਅਸ਼ਟਪਦੀਆਂ ਆਪ ਸੰਗਤਾਂ ਸਰਵਣ ਕਰ ਰਹੇ ਹੋ। ਦੋ ਅਸ਼ਟਪਦੀਆਂ ਦੀ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਤੀਜੀ ਅਸ਼ਟਪਦੀ ਦੀ ਵਿਚਾਰ ਆਰੰਭ ਹੋ ਰਹੀ ਹੈ। ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹਠ ਯੋਗ ਦਾ ਖੰਡਨ ਕੀਤਾ ਹੈ। ਬਾਕੀ ਜੋ ਖਟ ਕਰਮ ਨੇ, ਸੰਧਿਆ ਤਰਪਨ, ਗਾਇਤਰੀ ਮੰਤਰ, ਅਤਿਥੀ ਪੂਜਾ, ਦੇਵ ਅਰਚਨ ਤੇ ਹੋਮ, ਇਹ ਹਿੰਦੂ ਧਰਮ ਦੇ ਖਟ ਕਰਮ ਨੇ ਜੋ ਹਰ ਪੈਰੋਕਾਰ ਨੂੰ ਕਰਨੇ ਜ਼ਰੂਰੀ ਹਨ। ਅਥਵਾ ਬ੍ਰਾਹਮਣ ਦੇ ਖਟ ਕਰਮ ਵੱਖਰੇ ਵੀ ਮੰਨੇ ਹਨ। ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, ਦਾਨ ਦੇਣਾ ਤੇ ਲੈਣਾ, ਜਗ ਕਰਨਾ ਤੇ ਕਰਾਉਣਾ, ਇਹਨਾਂ ਦੇ ਮੁਕਾਬਲੇ 'ਤੇ ਹਾਜ਼ੂਰ ਕਹਿੰਦੇ ਪਰਮੇਸ਼ਰ ਦਾ ਨਾਮ ਉਹ ਸਭ ਤੋਂ ਉੱਤਮ ਹੈ। ਖਟ ਕਰਮ ਨਾਮ ਨਿਰੰਜਨ ਸੋਈ, ਤੂੰ ਗੁਣ ਸਾਗਰ ਅਵਗੁਣ ਮੋਹੀ। ਰਹਾਉ ਹੇ ਵਾਹਿਗੁਰੂ, ਤੂੰ ਗੁਣਾਂ ਦਾ ਸਮੁੰਦਰ ਹੈ, ਤੂੰ ਦਰਿਆਓ ਦਾਨਾ ਬੀਨਾ। ਮੈਂ ਮਛਲੀ ਕੈਸੇ ਅੰਤ ਲਹਾਂ। ਅਵਗੁਣ ਮੋਹੀ ਮੇਰੇ ਵੀ ਸਾਰੀ ਔਗਣ ਨੇ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ। ਸੱਚੇ ਪਾਤਸ਼ਾਹ ਖਟ ਕਰਮਾਂ ਦੀ ਥਾਂ 'ਤੇ
ਨਾਮ ਨਿਰੰਜਨ ਸੋਈ। ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਹੈ, ਸਰਵੋਤਮ ਪ੍ਰਤੀਤ ਹੁੰਦਾ ਹੈ। ਮੈਂ ਖਟ ਕਰਮਾਂ ਦਾ ਖਹਿੜਾ ਛੱਡ ਕੇ ਹਠ ਯੋਗ ਦੇ 8 ਅੰਗ ਨੇ, ਯਾਮ, ਨੇਮ, ਆਸਣ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ ਅਤੇ ਸਮਾਧੀ, ਇਹਨਾਂ ਸਾਰਿਆਂ ਨੂੰ ਛੱਡ ਕੇ ਮੈਂ ਤੇਰੇ ਨਾਮ ਦੇ ਨਾਲ ਜੁੜਿਆ ਹਾਂ। ਇਸ ਲਈ ਕਿਰਪਾ ਕਰੋ, ਮੈਨੂੰ ਆਪਣੇ ਨਾਮ ਦੇ ਨਾਲ ਹੀ ਜੋੜੀ ਰੱਖੋ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਹੁਣ ਆਰੰਭ ਤੋਂ ਗਰੀਬਨਵਾਜ ਸਤਿਗੁਰੂ ਜੀ ਜਿਹੜੇ ਹਠ ਯੋਗ ਦੇ ਕਰਮ ਨੇ ਉਹਨਾਂ ਦਾ ਖੰਡਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪ੍ਰਭਾਤੀ ਮਹੱਲਾ ਪਹਿਲਾ। ਨਿਵਲੀ ਕਰਮ ਭੁਯੰਗਮ ਪਾਠੀ, ਰੇਚਕ ਪੂਰਕ ਕੁੰਭ ਕਰੈ। ਗਰੀਬਨਵਾਜ ਸਤਿਗੁਰੂ ਜੀ ਹਠ ਯੋਗੀ ਨੂੰ ਕਹਿੰਦੇ ਨੇ, ਦੇਖ ਤੋਂ ਨਿਵਲੀ ਕਰਮ ਕਰਦਾ। ਨਿਵਲੀ ਕਰਮ ਕਿਸ ਨੂੰ ਕਹਿੰਦੇ ਨੇ? ਜੋ ਪੇਟ ਦੀ ਸਫਾਈ ਲਈ ਕੀਤਾ ਜਾਂਦਾ ਸੀ। ਇੱਕ ਨੜਾ ਲੈ ਕੇ ਉਸ ਨੂੰ ਮੂਲ ਦੁਆਰੇ ਵਿੱਚ ਪਾ ਕੇ ਪਾਣੀ ਖਿੱਚਣਾ ਅਤੇ ਫਿਰ ਪੇਟ ਦੀ ਸਫਾਈ ਕਰਨੀ, ਇਹਨੂੰ ਨਿਵਲੀ ਕਰਮ ਕਹਿੰਦੇ ਸਨ। ਇਹਦੇ ਨਾਲ 3 ਹੋਰ ਵੀ ਕਰਮ ਹੁੰਦੇ ਸਨ, ਨੇਤੀ, ਧੋਤੀ, ਬਸਤੀ। ਨੇਤੀ ਨੱਕ ਦੀ ਸਫਾਈ ਵਾਸਤੇ, ਧੋਤੀ ਅੰਤੜੀਆਂ ਦੀ ਸਫਾਈ ਵਾਸਤੇ, ਬਸਤੀ ਛਾਤੀ ਦੀ ਸਫਾਈ ਵਾਸਤੇ ਕੀਤੀ ਜਾਂਦੀ ਸੀ। ਕਿਉਂ? ਜਦੋਂ ਲੰਬਾ ਸਮਾਂ ਸਮਾਧੀ ਲਾਉਣੀ ਪੈਂਦੀ ਸੀ, ਫਿਰ ਸਰੀਰ ਦੇ ਵਿੱਚੋਂ ਸਾਰੀ ਮੈਲ ਨੂੰ ਦੂਰ ਕਰਨਾ ਪੈਂਦਾ ਸੀ। ਪੇਟ ਦੀ ਸਫਾਈ ਦੇ ਕਰਮ ਨੂੰ ਨਿਵਲੀ ਕਰਮ ਕਹਿੰਦੇ ਸਨ ਯੋਗੀ ਲੋਕ। ਇਹ ਯੋਗੀ ਤੋਂ ਨਿਵਲੀ ਕਰਮ ਵੀ ਕਰਦਾ। ਭੁਅੰਗਮ ਪਾਠੀ ਫਿਰ ਭੁਜੰਗਮਾ ਨਾੜੀ ਨੂੰ ਜਗਾਉਣ ਵਾਸਤੇ, ਭੁਜੰਗਮਾ ਨਾੜੀ ਨੂੰ ਸਾਧਣ ਵਾਸਤੇ ਫਿਰ ਤੋਂ ਪ੍ਰਾਣਾਯਾਮ ਵੀ ਕਰਦਾ। ਅਤੇ ਪਾਠੀ ਤੋਂ ਭਾਵ ਹੈ 10ਵਾਂ ਦੁਆਰ। ਫਿਰ ਤੂੰ ਆਪਣੇ 10ਵੇਂ ਦੁਆਰ ਦੇ ਵਿੱਚ ਪ੍ਰਾਣ ਚੜ੍ਹਾਉਣਾ ਅਤੇ 10ਵੇਂ ਦੁਆਰ ਦੇ ਵਿੱਚ ਪ੍ਰਾਣ ਚੜ੍ਹਾਉਣ ਵਾਸਤੇ ਫਿਰ ਕੀ ਕਿਰਿਆ ਕਰਦਾ ਹੈ? ਰੇਚਕ ਪੂਰਕ ਕੁੰਭ ਕਰੇ। ਇਹ 3 ਕਿਸਮ ਦਾ ਪ੍ਰਾਣਾਯਾਮ ਹੈ। ਰੇਚਕ ਪੂਰਕ ਕੁੰਭ ਕਰੇ। ਰੇਚਕ ਦਾ ਅਰਥ ਹੈ ਸੁਆਸਾਂ ਨੂੰ ਹੇਠਾਂ ਉਤਾਰਨਾ। ਪੂਰਕ ਦਾ ਅਰਥ ਹੈ ਉਸ ਨੂੰ ਪੂਰਨਾ, 10ਵੇਂ ਦੁਆਰ ਦੇ ਸੁਆਸਾਂ ਨੂੰ ਚੜ੍ਹਾਉਣਾ। ਉਸ ਕਿਰਿਆ ਨੂੰ ਪੂਰਕ ਕਹਿੰਦੇ ਨੇ। ਕੁੰਭ ਕਰੇ ਅਤੇ ਕੁੰਭ ਕਿਸ ਨੂੰ ਕਹਿੰਦੇ ਨੇ? ਵੀ ਆਪਣੇ ਸੁਆਸਾਂ ਨੂੰ 10ਵੇਂ ਦੁਆਰ ਦੇ ਵਿੱਚ ਟਿਕਾਉਣਾ। ਜਿੰਨਾ ਚਿਰ ਟਿਕਾਇਆ ਜਾਵੇ ਉਸ ਨੂੰ ਕੁੰਭ ਕਹਿੰਦੇ ਨੇ। ਇਹ 3 ਪ੍ਰਕਾਰ ਦਾ ਪ੍ਰਾਣਾਯਾਮ ਹੈ। ਤੂੰ ਆਪਣੀ ਵਿਧੀ ਅਨੁਸਾਰ ਪਹਿਲਾਂ ਆਪਣੇ ਸੁਆਸਾਂ ਨੂੰ ਪੂਰਦਾ ਹੈ, ਪੂਰਕ ਕਰਦਾ ਹੈ। ਫਿਰ ਉਹਨਾਂ ਨੂੰ 10ਵੇਂ ਦੁਆਰ ਦੇ ਵਿੱਚ ਠਹਿਰਾਉਣਾ ਹੈ, ਕੁੰਭਕ ਕਰਦਾ ਹੈ। ਫਿਰ ਉਹਨਾਂ ਸੁਆਸਾਂ ਨੂੰ ਹੇਠਾਂ ਉਤਾਰਦਾ ਹੈ। ਇਸ ਤਰ੍ਹਾਂ ਤੂੰ ਰੇਚਕ ਕਰ ਰਿਹਾ ਹੈ। ਬਿਨ ਸਤਿਗੁਰ ਕਿਛ ਸੋਝੀ ਨਾਹੀ, ਭਰਮੇ ਭੂਲਾ ਬੂੜ ਮਰੈ। ਪਰ ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਤੈਨੂੰ ਕੁਛ ਵੀ, ਆਤਮਾ ਕੀ ਚੀਜ਼ ਹੈ, ਪਰਮਾਤਮਾ ਕਿਸ ਨੂੰ ਕਹਿੰਦੇ ਨੇ, ਇਹਦੇ ਬਾਰੇ ਤੈਨੂੰ ਪੂਰਾ ਵੀ ਸਮਝ ਨਹੀਂ ਹੈ। ਭਰਮੇ ਭੂਲਾ ਬੂੜ ਮਰੈ। ਭਰਮ ਦੇ ਵਿੱਚ ਭੁੱਲਾ ਹੋਇਆ
ਹਠ ਯੋਗ ਦੇ ਸਾਧਨਾ ਦੇ ਹੰਕਾਰ ਦੇ ਵਿੱਚ ਹੀ ਡੁੱਬ ਕੇ ਮਰ ਰਿਹਾ ਹੈ। ਅੰਧਾ ਭਰਿਆ ਭਰ ਭਰ ਧੋਵੈ, ਅੰਤਰ ਕੀ ਮਲ ਕਦੇ ਨਾ ਲਹੈ। ਤੂੰ ਮਾਨਸਿਕ ਤੌਰ ਤੇ ਅੰਨਾ ਹੈ। ਅੰਧੇ ਇਹ ਨਾ ਆਖਿਆਨ ਜਿਨ ਮੁਖ ਲੋਇਣ ਨਾਹੇ, ਅੰਧੇ ਸੇ ਨਾਨਕਾ ਜੇ ਖਸਮਹੁ ਕੁੱਥੇ ਜਾਹੇ। ਤੈਨੂੰ ਸੰਸਾਰ ਦਿਸਦਾ ਪਰ ਨਿਰੰਕਾਰ ਨਹੀਂ ਦਿਸਦਾ। ਤੈਨੂੰ ਦੁਨੀਆ ਦਿਖਾਈ ਦਿੰਦੀ ਪਰ ਰੱਬ ਦੀ ਦਰਗਾਹ ਨਹੀਂ ਦਿਸਦੀ। ਤੂੰ ਮਾਨਸਿਕ ਤੌਰ 'ਤੇ ਅੰਨਾ ਹੈ ਅਤੇ ਭਰਿਆ ਹਉਮੈ ਹੰਕਾਰ ਦੀ ਮੈਲ ਦੇ ਨਾਲ ਭਰਿਆ ਹੋਇਆ ਅਤੇ ਭਰ ਧੋਵੈ ਅਤੇ ਹੰਕਾਰ ਦੀ ਪਾਪਾਂ ਦੀ ਵਿਕਾਰਾਂ ਦੀ ਮੈਲ ਨੂੰ ਭਰ ਕੇ ਫਿਰ ਆਪਣੇ ਸਰੀਰ ਨੂੰ ਧੋਣਾ। ਅੰਤਰ ਕੀ ਮਲ ਕਦੇ ਨਾ ਲਹੈ। ਪਰ ਜਿਹੜੀ ਤੇਰੇ ਅੰਦਰ ਮਨ ਦੇ ਅੰਦਰ ਹਉਮੈ ਹੰਕਾਰ ਦੀ ਮੈਲ ਲੱਗੀ ਹੋਈ ਹੈ, ਉਹਨੂੰ ਤੂੰ ਕਦੇ ਵੀ ਨਹੀਂ ਲਾ ਸਕਦਾ। ਬਾਹਰੋਂ ਸਰੀਰ ਨੂੰ ਪਵਿੱਤਰ ਕਰਦਾ ਰਹਿਣਾ, ਬਸਤਰ ਧੋਂਦਾ ਰਹਿਣਾ, ਪਰ ਅੰਦਰ ਜਿਹੜੀ ਮਨ ਦੀ ਹਉਮੈ ਹੰਕਾਰ ਦੀ ਮੈਲ ਹੈ, ਉਹ ਕਦੇ ਵੀ ਤੇਥੋਂ ਲੈ ਨਹੀਂ ਸਕਦੀ। ਨਾਮ ਬਿਨਾ ਫੋਕਟ ਸਭ ਕਰਮਾ, ਜਿਉ ਬਾਜੀਗਰ ਭਰਮ ਭੁੱਲੈ। ਇਹ ਗੱਲ ਯਾਦ ਰੱਖ, ਵਾਹਿਗੁਰੂ ਦੇ ਨਾਮ ਤੋਂ ਬਿਨਾ ਜਿੰਨੇ ਤੂੰ ਕਰਮ ਕਰ ਰਿਹਾ ਹੈ, ਪ੍ਰਾਣਾਯਾਮ ਆਦਿਕ, ਇਹ ਸਾਰੇ ਦੇ ਸਾਰੇ ਫੋਕਟ ਕਰਮ ਹੈ। ਇਹ ਲੱਸੀ ਰਿੜਕਣ ਵਾਂਗ ਨੇ। ਇਹਨਾਂ ਦੇ ਨਾਲ ਮੁਕਤੀ ਦਾ ਮੱਖਣ ਨਹੀਂ ਪ੍ਰਾਪਤ ਹੋਣਾ ਅਤੇ ਨਾ ਹੀ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ। ਜਿਉਂ ਬਾਜੀਗਰ ਭਰਮ ਭੁੱਲੈ, ਜਿਵੇਂ ਬਾਜੀਗਰ ਦੀ ਬਾਜੀ ਨੂੰ ਦੇਖ ਕੇ ਹਰ ਮਨੁੱਖ ਭੁੱਲ ਜਾਂਦਾ ਹੈ, ਉਸ ਝੂਠੀ ਬਾਜੀ ਨੂੰ, ਝੂਠੀ ਖੇਡ ਨੂੰ ਸੱਚੀ ਸਮਝਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਆਹ ਜੋ ਪਖੰਡ ਦੇ ਕਰਮ ਤੁਸੀਂ ਕਰ ਰਹੇ ਹੋ, ਇਹ ਬਾਜੀਗਰ ਦੀ ਖੇਡ ਵਾਂਗ ਹੈ। ਇਹਨੂੰ ਦੁਨੀਆ ਦੇ ਲੋਕ ਦੇਖ ਕੇ ਭੁੱਲ ਜਾਂਦੇ ਨੇ ਬਈ ਸ਼ਾਇਦ ਇਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੋਵੇਗੀ। ਇਸੇ ਲਈ ਤੁਸੀਂ ਬਾਜੀਗਰ ਵਾਂਗੂ ਬਾਜੀਆਂ ਪਾਉਂਦੇ ਹੋ ਅਤੇ ਲੋਕਾਂ ਨੂੰ ਗੁੰਮਰਾਹ ਕਰਦੇ ਹੋ, ਪਰ ਇਹ ਤੁਹਾਡੇ ਲਈ ਠੀਕ ਨਹੀਂ ਹੈ। ਖਟ ਕਰਮ ਨਾਮ ਨਿਰੰਜਨ ਸੋਈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੇ ਖਟ ਕਰਮ ਨੇ ਉਹਨਾਂ ਦੀ ਥਾਂ 'ਤੇ ਪਰਮੇਸ਼ਰ ਦਾ ਨਾਮ ਹੀ ਪਵਿੱਤਰ ਹੈ। ਵੀ ਤੁਸੀਂ ਵਾਹਿਗੁਰੂ ਦਾ ਨਾਮ ਜਪੋ, ਇਹਦੇ ਨਾਲ ਮਾਲ ਵਿਖਸ਼ੇਪ ਆਵਰਣ ਦੀ ਮੈਲ ਅਤੇ ਹਉਮੈ ਹੰਕਾਰ ਦੀ ਮੈਲ ਦੂਰ ਹੋ ਜਾਂਦੀ ਹੈ। ਤੂੰ ਗੁਣ ਸਾਗਰ ਅਵਗਣ ਮੋਹੀ। ਹੇ ਵਾਹਿਗੁਰੂ, ਤੂੰ ਗੁਣਾਂ ਦਾ ਸਮੁੰਦਰ ਹੈ ਅਤੇ ਮੈਂ ਔਗਣਾਂ ਦਾ ਭਰਿਆ ਹੋਇਆ ਇੱਕ ਸਾਗਰ ਹਾਂ। ਇਸ ਲਈ ਮਹਾਰਾਜ, ਮੇਰਾ ਤੇ ਤੁਹਾਡਾ ਕੋਈ ਮੁਕਾਬਲਾ ਨਹੀਂ ਹੈ। ਰਹਾਉ ਮਾਇਆ ਧੰਦਾ ਧਾਵਣੀ, ਦੁਰਮਤ ਕਾਰ ਬੇਕਾਰ। ਵਿਸਰਾਮ ਦੇ ਕੇ ਗਰੀਬ ਨਿਵਾਜ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ, ਜਿਹੜਾ ਮਨਮੁਖ ਬੰਦਾ ਹੈ, ਉਹਦੀ ਧਾਵਣੀ ਦਾ ਅਰਥ ਹੈ ਭੱਜ ਦੌੜ, ਮਾਇਆ ਦੇ ਧੰਦਿਆਂ ਦੇ ਵਿੱਚ ਹੀ ਹਮੇਸ਼ਾ ਬਣੀ ਰਹਿੰਦੀ ਹੈ। ਦੁਰਮਤ ਕਾਰ ਬੇਕਾਰ, ਫਿਰ ਖੋਟੀ ਮੱਤ ਦਾ ਸ਼ਿਕਾਰ ਹੋ ਕੇ। ਬੇਕਾਰ ਦਾ ਅਰਥ ਹੈ ਬੇਕਾਰ, ਵਿਅਰਥ। ਕੰਮਕਾਰ ਕਰਦਾ ਰਹਿੰਦਾ ਹੈ। ਉਹ ਕੰਮ ਕਰਦਾ ਹੈ ਜਿਨ੍ਹਾਂ ਦਾ ਕੋਈ ਆਤਮਿਕ ਲਾਭ ਨਾ ਹੋਵੇ, ਜਿਹਦੇ ਨਾਲ ਮੁਕਤੀ ਨਾ ਪ੍ਰਾਪਤ ਹੋਵੇ। ਇਹੋ ਜਿਹੇ ਬੇਕਾਰ ਵਿਅਰਥ ਕੰਮ ਕਰ ਰਿਹਾ ਹੈ। ਮੂਰਖ ਆਪ ਗਣਾਏ ਦਾ, ਬੂਝ ਨਾ ਸਕੈ ਕਾਰ। ਮੂਰਖ ਬੰਦਾ ਵੀ ਜਿਹੜੇ ਪਖੰਡ ਦੇ ਕਰਮ ਕਰਕੇ ਤੀਰਥ ਵਰਤ ਯਾਰ ਦਾਨ ਕਰ, ਮਨ ਮਹਿ ਤਰੈ ਗੁਮਾਨ। ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾਨ। ਮੂਰਖ ਦਿਖਾਵੇ ਦੇ ਕੰਮ ਕਰਕੇ ਫਿਰ ਆਪਣੇ ਆਪ ਨੂੰ ਗਣਾਉਂਦਾ ਹੈ, ਜਣਾਉਂਦਾ ਹੈ। ਹਮ ਬੜ ਕਾਬ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨਾ ਨਾਸੀ। ਬੁੱਝ ਨਾ ਸਕੈ ਕਾਰ, ਜਿਹੜੀ ਭਾਉ ਭਗਤੀ ਦੀ ਕਾਰ ਹੈ, ਸੇਵਾ ਸਿਮਰਨ ਦੀ ਕਾਰ ਹੈ, ਇਹਨੂੰ ਸਮਝ ਹੀ ਨਹੀਂ ਸਕਦਾ। ਮਨਸਾ ਮਾਇਆ ਮੋਹਣੀ, ਮਨਮੁਖ ਬੋਲ ਖੁਆਰ। ਮਨਮੁਖ ਬੰਦੇ ਨੂੰ ਮਾਇਆ ਦੀ ਮਨਸਾ ਖਾਹਿਸ਼ ਲੱਗੀ ਰਹਿੰਦੀ ਹੈ
ਕਿਉਂ ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ। ਮਾਇਆ ਦੀ ਮਮਤਾ ਮੋਹਣੀ ਹੈ, ਇਸੇ ਲਈ ਮਾਇਆ ਦੀ ਵਾਸ਼ਨਾ ਦੇ ਵਿੱਚ ਹੀ ਮਨਮੁਖ ਆਦਮੀ ਭਟਕਦਾ ਰਹਿੰਦਾ ਹੈ। ਮਨਮੁਖ ਬੋਲ ਖੁਆਰ, ਮਨਮੁਖ ਬੰਦਾ ਜਦੋਂ ਹੰਕਾਰ ਦੇ ਵਿੱਚ ਬੋਲਦਾ ਹੈ ਤੇ ਫਿਰ ਉਹ ਖੁਆਰ ਆਪਣੇ ਜੀਵਨ ਨੂੰ ਖੁਆਰ ਕਰਦਾ, ਖਰਾਬ ਕਰਦਾ, ਬਰਬਾਦ ਕਰ ਲੈਂਦਾ ਹੈ। ਮੱਜਨ ਝੂਠਾ ਚੰਡਾਲ ਕਾ, ਫੋਕਟ ਚਾਰ ਸਿੰਗਾਰ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਵੇਂ ਕੋਈ ਚੰਡਾਲ ਹੋਵੇ, ਚੌਥੇ ਪੌੜੇ ਦਾ ਕੋਈ ਇਨਸਾਨ ਹੋਵੇ, ਉਹ ਜਿੰਨਾ ਮਰਜ਼ੀ ਨਾ ਧੋ ਲਵੇ ਉਹਦਾ ਸਭ ਝੂਠਾ ਹੀ ਹੁੰਦਾ ਹੈ। ਚੰਡਾਲ ਦਾ ਇਸ਼ਨਾਨ ਝੂਠਾ ਹੀ ਹੁੰਦਾ ਹੈ। ਫੋਕਟ ਚਾਰ ਸਿੰਗਾਰੋ, ਚਾਹੇ ਸੋਹਣੇ ਸ਼ਿੰਗਾਰ ਵੀ ਕਰ ਲਵੇ ਉਹ ਵੀ ਉਹਦੇ ਸਾਰੇ ਫੋਕਟ ਦਾ ਅਰਥ ਹੈ ਬੇਅਰਥ ਹੁੰਦੇ ਨੇ। ਇਹਦਾ ਭਾਵ ਇਹ ਹੈ, ਜਿਵੇਂ ਚੰਡਾਲ ਆਦਮੀ ਚਾਹੇ ਜਿੰਨਾ ਮਰਜ਼ੀ ਨਹਾ ਲਵੇ, ਧੋ ਲਵੇ, ਹਾਰ ਸ਼ਿੰਗਾਰ ਵੀ ਕਰ ਲਵੇ, ਪਰ ਉੱਚੀਆਂ ਜਾਤਾਂ ਦੇ ਲੋਕ ਉਹਨੂੰ ਆਪਣੇ ਨਾਲ ਨਹੀਂ ਬਹਿਣ ਦਿੰਦੇ, ਉਹਦਾ ਸਾਰਾ ਕੁਝ ਵਿਅਰਥ ਹੋ ਜਾਂਦਾ ਹੈ। ਝੂਠੀ ਮਨ ਕੀ ਮਤ ਹੈ, ਕਰਨੀ ਬਾਦ ਵਿਵਾਦ। ਮਨਮੁਖ ਦੀ ਮਨ ਦੀ ਮਤ ਵੀ ਝੂਠੀ ਹੁੰਦੀ ਹੈ। ਕਿਉਂ? ਉਹ ਮਨ ਦੀ ਮਤ ਪਿੱਛੇ ਲੱਗ ਕੇ ਖੋਟੇ ਕਰਮ ਕਰਦਾ ਹੈ। ਕਰਨੀ ਬਾਦ ਵਿਵਾਦ, ਉਹਦੀ ਜਿਹੜੀ ਕਰਨੀ ਕਰਤੂਤ ਹੈ ਉਹ ਵੀ ਬਾਦ ਵਿਅਰਥ ਹੁੰਦੀ ਹੈ। ਵਿਵਾਦ ਕਿਉਂ? ਉਹ ਲੜਾਈ ਝਗੜੇ ਕਰਦਾ ਰਹਿੰਦਾ। ਉਹਦੀ ਮਨ ਦੀ ਮਤ ਵੀ ਝੂਠੀ ਹੈ ਅਤੇ ਉਹਦੀ ਜਿਹੜੀ ਜੀਵਨ ਦੀ ਕਰਨੀ ਕਰਤੂਤ ਹੈ, ਕਿਰਿਆ ਹੈ, ਉਹ ਵੀ ਵਿਅਰਥ ਹੈ, ਕਿਉਂਕਿ ਵਿਵਾਦ ਝਗੜਾ ਕਰਦਾ ਰਹਿੰਦਾ ਹੈ। ਝੂਠੇ ਵਿੱਚ ਅਹੰਕਾਰਨ ਹੈ, ਖਸਮ ਨਾ ਪਾਵੈ ਸਾਧ। ਉਸ ਝੂਠੇ ਮਨੁੱਖ ਦੇ ਵਿੱਚ ਹੰਕਾਰ ਭਰਿਆ ਹੁੰਦਾ ਹੈ। ਖਸਮ ਨਾ ਪਾਵੈ ਸਾਧ, ਉਹ ਆਪਣੇ ਮਾਲਕ ਦਾ ਸਵਾਦ ਨਹੀਂ ਪ੍ਰਾਪਤ ਕਰ ਸਕਦਾ। ਇਹਦਾ ਮਤਲਬ ਇਹ ਹੈ, ਉਹ ਆਪਣੇ ਮਾਲਕ ਦੀ ਖੁਸ਼ੀ ਨਹੀਂ ਪ੍ਰਾਪਤ ਕਰ ਸਕਦਾ। ਜਦੋਂ ਮਾਲਕ ਦੀ ਖੁਸ਼ੀ ਹੀ ਨਹੀਂ, ਫਿਰ ਉਹ ਕੰਮ ਕਰਨ ਦਾ ਫਾਇਦਾ ਕੀ ਹੈ? ਕੰਮ ਉਹ ਕਰੋ ਜਿਹਦੇ ਨਾਲ ਮਾਲਕ ਦੀ ਖੁਸ਼ੀ ਹੋਵੇ। ਪਰਮੇਸ਼ਰ ਭਾਵ ਭਗਤੀ 'ਤੇ ਪ੍ਰਸੰਨ ਹੁੰਦਾ ਹੈ। ਅਸੀਂ ਭਾਵ ਭਗਤੀ ਕਰਦੇ ਨਹੀਂ, ਪਖੰਡ ਕਰਦੇ ਹਾਂ, ਦਿਖਾਵਾ ਕਰਦੇ ਹਾਂ, ਉਹ ਕਿਸੇ ਕੰਮ ਦਾ ਨਹੀਂ ਹੁੰਦਾ। ਇਸੇ ਲਈ ਝੂਠੇ ਪੁਰਸ਼ ਦੇ ਵਿੱਚ ਹੰਕਾਰ ਹੁੰਦਾ ਹੈ। ਹੰਕਾਰ ਦੇ ਕਾਰਨ ਉਸ ਵਾਹਿਗੁਰੂ ਦੀ ਪ੍ਰਸੰਨਤਾ ਨਹੀਂ ਹਾਸਲ ਕਰ ਸਕਦਾ। ਬਿਨ ਨਾਵੈ ਹੋਰ ਕਮਾਵਣਾ, ਫਿੱਕਾ ਆਵੈ ਸਾਧ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਨਾਮ ਤੋਂ ਬਿਨਾਂ ਹੋਰ ਜੋ ਵੀ ਉਹ ਕੰਮ ਧੰਦੇ ਕਰਦਾ ਹੈ ਜਾਂ ਪਖੰਡ ਦੇ ਦਿਖਾਵੇ ਦੇ ਕਰਮ ਕਰਦਾ ਹੈ, ਫਿੱਕਾ ਆਵੈ ਸਾਧ, ਉਹਦਾ ਸਵਾਦ ਫਿੱਕਾ ਹੀ ਆਉਂਦਾ ਹੈ। ਇਹਦਾ ਮਤਲਬ ਇਹ ਹੈ ਬਈ ਜਿਹੜੇ ਪਖੰਡ ਕਰਕੇ ਲੋਕਾਂ ਨੂੰ ਵਰਗ ਲਾ ਲੈਂਦੇ ਨੇ, ਲੋਕ ਉਹਨਾਂ ਨੂੰ ਮੰਨਣ ਪੂਜਣ ਲੱਗ ਜਾਂਦੇ ਨੇ। ਫਿੱਕਾ ਸਾਧ ਜਿਹੜਾ ਮਾਇਆ ਦਾ ਸਵਾਦ ਫਿੱਕਾ ਹੈ, ਫਿਰ ਮਾਇਆ ਤੇ ਉਹਨਾਂ ਨੂੰ ਮਿਲ ਜਾਂਦੀ ਹੈ, ਪਰ ਨਾਮ ਦਾ ਰਸ ਉਹਨਾਂ ਨੂੰ ਪ੍ਰਾਪਤ ਨਹੀਂ ਹੋ ਸਕਦਾ। ਇਸੇ ਲਈ ਨਾਮ ਤੋਂ ਬਿਨਾਂ ਹੋਰ ਜੋ ਵੀ ਕੁਛ ਉਹ ਪਖੰਡ ਦੇ ਕੰਮ ਕਰਦੇ ਨੇ, ਦਿਖਾਵੇ ਦੇ ਕੰਮ ਕਰਦੇ ਨੇ, ਉਹਨਾਂ ਦਾ ਸਵਾਦ ਫਿੱਕਾ ਹੀ ਆਉਂਦਾ ਹੈ। ਦੁਸ਼ਟੀ ਸਭਾ ਵਿਗੁਚੀਐ, ਬਿਖਵਾਤੀ ਜੀਵਨ ਬਾਦ। ਜਿਨ੍ਹਾਂ ਨੂੰ ਦੁਐਤ ਹੀ ਇਸ਼ਟ ਪਿਆਰੀ ਹੈ, ਜਿਹੜੇ ਇਹੋ ਜਿਹੇ ਦੁਸ਼ਟ ਲੋਕ ਨੇ, ਉਹਨਾਂ ਦੀ ਸਭਾ ਸੋਬਤ ਵਿੱਚ ਜਾ ਕੇ ਤੇ ਖੁਆਰ ਹੋ ਜਾਂਦਾ। ਦੁਸ਼ਟ ਤੋਂ ਭਾਵ ਜਿਹੜੇ ਸਾਖਤ ਨੇ, ਪਾਮਰ ਪੁਰਸ਼ ਨੇ, ਸ਼ਰਾਬੀ ਕਬਾਬੀ ਨੇ, ਉਹਨਾਂ ਦੀ ਸੰਗਤ ਵਿੱਚ ਜਾ ਕੇ ਵਿਗੁਚੀ ਹੈ, ਖੁਆਰ ਹੋਈਦਾ ਹੈ, ਬਦਨਾਮ ਹੋ ਜਾਈਦਾ ਹੈ। ਬਿਖਵਾਤੀ ਜੀਵਨ ਬਾਦ, ਕਿਉਂ? ਉਹਨਾਂ ਦੇ ਵਾਤੀ ਮੁਖ ਦੇ ਵਿੱਚ ਬਿਖ ਜ਼ਹਿਰ ਹੁੰਦੀ ਹੈ। ਉਹ ਨਸ਼ਿਆਂ ਵਿਸ਼ਿਆਂ ਦਾ ਆਹਾਰ ਛਕਦੇ ਨੇ। ਜੀਵਨ ਬਾਦ ਤੇ ਉਹਨਾਂ ਦਾ ਜੀਵਨ ਵਿਅਰਥ ਚਲਿਆ ਜਾਂਦਾ ਹੈ। ਏ ਪ੍ਰਮ ਭੂਲੇ ਮਰਹੋ ਨਾ ਕੋਈ। ਗਰੀਬ ਨਿਵਾਜ ਸਤਿਗੁਰੂ ਜੀ ਹੁਣ ਉਪਦੇਸ਼ ਦਿੰਦੇ ਨੇ, ਇਹ ਦੁਨੀਆ ਦੇ ਲੋਗੋ ਐਵੇਂ ਭਰਮ ਦੇ ਵਿੱਚ ਭੁੱਲ ਕੇ ਆਪਣੀ ਕੀਮਤੀ ਜਾਨ ਨੂੰ, ਜਿੰਦ ਜਾਨ ਨੂੰ ਐਵੇਂ ਬਰਬਾਦ ਨਾ ਕਰੋ, ਮੌਤ ਨਾ ਸਹੇੜੋ। ਭਾਵ ਪੁੱਠੇ ਪਾਸੇ ਪੈ ਕੇ
ਤੁਸੀਂ ਆਪਣੀ ਜੀਵਨ ਨੂੰ, ਆਪਣੀ ਜ਼ਿੰਦਗੀ ਨੂੰ ਤਬਾਹ ਨਾ ਕਰੋ। ਸਤਿਗੁਰ ਸੇਵ ਸਦਾ ਸੁਖ ਹੋਈ। ਹਾਂ, ਜੇ ਤੁਸੀਂ ਆਤਮਿਕ ਸੁਖ ਪ੍ਰਾਪਤ ਕਰਨਾ ਚਾਹੁੰਦੇ ਹੋ ਫਿਰ ਸਤਿਗੁਰੂ ਦੀ ਸੇਵਾ ਕਰੋ। ਹੋਰ ਜਿਹੜੇ ਪਖੰਡ ਦੇ ਕਰਮ ਕਰਕੇ ਤੁਹਾਨੂੰ ਕੁਝ ਨਹੀਂ ਪ੍ਰਾਪਤ ਹੋਣਾ, ਐਵੇਂ ਭੰਗਦੇ ਪਾੜੇ ਜਾਨ ਗਵਾਉਣੀ ਚੰਗੀ ਨਹੀਂ ਹੈ। ਸਤਿਗੁਰੂ ਦੀ ਸੇਵਾ ਕਰੋ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ, ਕਹੋ ਨਾਨਕ ਬਾਹਾਂ ਲੁੜਾਈਏ, ਫਿਰ ਤੁਹਾਨੂੰ ਹਮੇਸ਼ਾ ਲਈ ਸੁਖ ਪ੍ਰਾਪਤ ਹੋਵੇਗਾ। ਬਿਨ ਸਤਿਗੁਰ ਮੁਕਤ ਕਿਨੈ ਨਾ ਪਾਈ। ਗੁਰਮੁਖੋ, ਬਿਨਾ ਸਤਿਗੁਰੂ ਦੀ ਕਿਰਪਾ ਤੋਂ ਕਿਸੇ ਨੇ ਵੀ ਮੁਕਤੀ ਨਹੀਂ ਪ੍ਰਾਪਤ ਕੀਤੀ। ਮੁਕਤੀ ਤੋਂ ਭਾਵ ਹੈ ਮੋਹ ਮਾਇਆ ਦੇ, ਵਿਸ਼ੇ ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਣਾ, ਆਜ਼ਾਦ ਹੋ ਜਾਣਾ, ਇਹਨੂੰ ਮੁਕਤੀ ਕਹਿੰਦੇ ਨੇ। ਇਹ ਜੀਵਨ ਮੁਕਤੀ ਹੈ। ਫਿਰ ਸਰੀਰ ਦਾ ਅਤੇ ਸੰਸਾਰ ਦਾ ਮੋਹ ਤਿਆਗ ਦੇਣਾ, ਇਹ ਵਧੇ ਮੁਕਤੀ ਹੈ। ਪਰਮੇਸ਼ਰ ਵਿੱਚ ਅਭੇਦ ਹੋ ਜਾਣਾ, ਇਹ ਕੇਵਲ ਮੁਕਤੀ ਹੈ। ਹਜ਼ੂਰ ਕਹਿੰਦੇ ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਕਿਸੇ ਦੀ ਬੰਦ ਖਲਾਸੀ ਨਹੀਂ ਹੋ ਸਕਦੀ। ਆਵਹਿ ਜਾਹੇ ਮਰਹਿ ਮਰ ਜਾਈ। ਬਿਨਾਂ ਸਤਿਗੁਰੂ ਦੀ ਸੇਵਾ ਤੋਂ ਜਿਹੜੇ ਕੋਈ ਹੋਰ ਪਖੰਡ ਦੇ ਕਰਮ ਕਰਦੇ ਨੇ, ਉਹ ਹਮੇਸ਼ਾ ਲਈ ਜੂਨਾਂ ਵਿੱਚ ਆਉਂਦੇ ਜਾਂਦੇ ਨੇ ਅਤੇ ਮਰਦੇ ਨੇ, ਅਤੇ ਮਰ ਕੇ ਫੇਰ ਜੰਮਦੇ ਨੇ, ਫੇਰ ਮਰਦੇ ਨੇ। ਭਾਵ ਆਵਾਗਮਨ ਅਤੇ ਜਨਮ ਮਰਨ ਉਹਨਾਂ ਦੇ ਹਮੇਸ਼ਾ ਪੱਲੇ ਪਿਆ ਰਹਿੰਦਾ ਹੈ। ਇਹੋ ਸਰੀਰ ਹੈ ਤ੍ਰੈ ਗੁਣ ਧਾਤ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਜਿਹੜਾ ਸਾਡਾ ਭੌਤਿਕ ਸਰੀਰ ਹੈ ਵੀ ਇਹ 3 ਗੁਣਾਂ ਦੀ ਧਾਤ ਪ੍ਰਕਿਰਤੀ ਤੋਂ ਬਣਿਆ ਹੋਇਆ। 3 ਗੁਣ ਮਾਇਆ ਵਿੱਚ ਨੇ, ਰਾਜਗੁਣ, ਤਮਗੁਣ, ਸਤਗੁਣ ਕਹੀ ਹੈ। ਇਹ ਤੇਰੀ ਸਭ ਮਾਇਆ। ਧਾਤ ਦਾ ਅਰਥ ਹੈ ਮੂਲਕ ਪ੍ਰਕਿਰਤੀ। ਇਹੋ ਸਰੀਰ ਹੈ ਤ੍ਰੈ ਗੁਣ ਧਾਤ। ਇਹ ਸਾਡਾ ਸਰੀਰ 3 ਗੁਣਾਂ ਤੋਂ ਉਤਪਤ ਹੋਇਆ ਹੈ। ਇਹਦੇ ਬਾਰੇ ਵਿਦਾਨ ਦੇ ਗ੍ਰੰਥਾਂ ਵਿੱਚ ਇੱਕ ਵਿਚਾਰ ਲਿਖੀ ਹੋਈ ਹੈ। ਮਹਾਂਪੁਰਖ ਸਰਵਣ ਕਰਵਾਉਂਦੇ ਸਨ ਵੀ ਜਿਹੜੇ 5 ਤੱਤ ਨੇ ਉਹਨਾਂ ਦੀ ਸਤੋਗੁਣ ਅੰਸ਼ ਤੋਂ ਅੰਤःਕਰਨ ਬਣਿਆ ਹੈ, ਰਜੋਗੁਣ ਅੰਸ਼ ਤੋਂ ਇੰਦਰੀਏ ਬਣੇ ਨੇ, ਤਮੋਗੁਣ ਅੰਸ਼ ਤੋਂ ਭੌਤਿਕ ਸਰੀਰ ਬਣੇ। ਇਹ ਜਿਹੜਾ ਸਰੀਰ ਹੈ ਇਹ 5 ਤੱਤ 3 ਗੁਣਾਂ ਦੇ ਵਿੱਚ ਹੀ ਆਉਂਦੇ ਨੇ। ਇਹ 3 ਗੁਣਾਂ ਤੋਂ ਪੈਦਾ ਹੋਇਆ ਹੈ। ਇਸ ਨੂੰ ਵਿਆਪੈ ਸੋਗ ਸੰਤਾਪ। ਵੀ ਇਹ ਸਰੀਰ ਨੂੰ ਕਰਮਾਂ ਦੇ ਅਨੁਸਾਰ ਸੋਗ ਤੇ ਸੰਤਾਪ ਆ ਕੇ ਵਿਆਪੈ ਦਾ ਅਰਥ ਹੈ ਵੀ ਇਹਨੂੰ ਚਿੰਬੜਦਾ ਰਹਿੰਦਾ। ਸੋਗ ਤੇ ਸੰਤਾਪ ਝੋਰਾ, ਸੋਗ ਤੇ ਪਸ਼ਚਾਤਾਪ ਇਹਨੂੰ ਹਮੇਸ਼ਾ ਲਈ ਆ ਕੇ ਪ੍ਰਭਾਵਿਤ ਕਰਦਾ ਹੈ। ਸੋ ਸੇਵਹੁ ਜਿਸ ਮਾਈ ਨਾ ਬਾਪ। ਇਸੇ ਲਈ ਭਾਈ ਜੇ ਹਰ ਸ਼ੋਕ ਤੋਂ, ਜਨਮ ਮਰਨ ਤੋਂ ਛੁਟਕਾਰਾ ਪ੍ਰਾਪਤ ਕਰਨਾ ਚਾਹੁੰਦੇ ਹੋ ਫਿਰ ਉਸ ਵਾਹਿਗੁਰੂ ਦੀ ਸੇਵਾ ਕਰੋ ਜਿਸ ਦਾ ਕੋਈ ਮਾਤਾ ਪਿਤਾ ਨਹੀਂ ਹੈ। ਭਾਵ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ ਜਿਸ ਦਾ ਕੋਈ ਮਾਤਾ ਪਿਤਾ ਨਹੀਂ, ਉਸ ਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਕਰੋ। ਵਿੱਚੋਂ ਚੂਕੈ ਤਿਸਨਾ ਅਰ ਆਪ। ਫਿਰ ਤੁਹਾਡੇ ਮਨ ਦੇ ਵਿੱਚੋਂ ਤ੍ਰਿਸ਼ਨਾ ਤੇ ਆਪ ਤੋਂ ਭਾਵ ਹੈ ਆਪਾ ਭਾਵ ਹੰਕਾਰ, ਇਹ ਨਾਸ ਹੋ ਜਾਵੇਗਾ। ਜਹ ਜਹ ਦੇਖਾ ਤਹ ਤਹ ਸੋਈ। ਫਿਰ ਤੁਹਾਡੀ ਐਸੀ ਦ੍ਰਿਸ਼ਟੀ ਬਣ ਜਾਵੇਗੀ, ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਸਰਬ ਜੋ ਤੇਰੀ ਪਸਰ ਰਹੀ, ਜਹ ਜਹ ਦੇਖਾਂ ਤੈ ਨਰ ਹਰਿ। ਜਿੱਥੇ ਜਿੱਥੇ ਵੀ ਅਸੀਂ ਦੇਖਦੇ ਹਾਂ ਉੱਥੇ ਉੱਥੇ ਵਾਹਿਗੁਰੂ ਪਰਮੇਸ਼ਰ ਨਜ਼ਰ ਆ ਰਿਹਾ ਹੈ। ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਪਰ ਬਿਨਾਂ ਸਤਿਗੁਰੂ ਦੇ ਮਿਲਣ ਤੋਂ ਕਿਸੇ ਨੂੰ ਵੀ ਮੋਹ ਮਾਇਆ ਤੋਂ, ਵਿਕਾਰਾਂ ਤੋਂ ਬੰਦ ਖਲਾਸੀ ਹਾਸਲ ਨਹੀਂ ਹੋ ਸਕਦੀ। ਹਿਰਦੈ ਸੱਚ ਇਹ ਕਰਨੀ ਸਾਰ। ਤੁਸੀਂ ਆਪਣੇ ਹਿਰਦੇ ਵਿੱਚ ਸੱਚੇ ਨਾਮ ਨੂੰ ਵਸਾਓ। ਇਹ ਸਭ ਤੋਂ ਸ੍ਰੇਸ਼ਟ ਕਰਨੀ ਹੈ, ਇਹ ਸਭ ਤੋਂ ਸ੍ਰੇਸ਼ਟ ਭਗਤੀ ਹੈ ਵੀ ਵਾਹਿਗੁਰੂ ਦੇ ਸੱਚੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ। ਹੋਰ ਸਭ ਪਾਖੰਡ ਪੂਜ ਖੁਆਰ। ਹੋਰ ਤੇ ਭਾਈ ਜਿੰਨਾ ਤੁਸੀਂ ਪਖੰਡ ਕਰਦੇ ਹੋ
ਤੇ ਆਪਣੀ ਪੂਜਾ ਪ੍ਰਤਿਸ਼ਠਾ ਕਰਦੇ ਕਰਵਾਉਂਦੇ ਹੋ, ਇਹ ਸਭ ਤੁਹਾਨੂੰ ਖੁਆਰ ਕਰੇਗੀ। ਜਿਵੇਂ ਹਜ਼ੂਰ ਦੇ ਬਚਨ ਆਏ ਨੇ, ਪੂਜ ਲੱਗੈ ਪੀਰ ਆਖੀਐ, ਸਭ ਮਿਲੈ ਸੰਸਾਰ, ਨਾਉ ਸਦਾਏ ਆਪਣਾ, ਹੋਵੈ ਸਿੱਧ ਸੁਮਾਰ, ਜਾਂ ਪਤ ਲਿਖੈ ਨਾ ਪਵੈ, ਤਾਂ ਸਭਾ ਪੂਜ ਖੁਆਰ। ਇਹ ਸਾਰੀ ਪੂਜਾ ਪ੍ਰਤਿਸ਼ਠਾ ਵੀ ਸਾਨੂੰ ਖੁਆਰ ਕਰਦੀ ਹੈ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ, ਬਾਸ ਨਰਕ ਮੋਲੀਨ। ਇਉਂ ਪਾਈ ਹੋਰ ਜਿੰਨਾ ਤੁਸੀਂ ਪਖੰਡ ਕਰਦੇ ਹੋ ਤੇ ਪੂਜਾ ਕਰਦੇ ਹੋ, ਸਭ ਤੁਹਾਨੂੰ ਖੁਆਰ ਕਰੇਗੀ। ਦੁਬਦਾ ਚੂਕੈ ਤਾਂ ਸ਼ਬਦ ਪਛਾਣ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਇਹ 99 ਕਰਕੇ ਅਰਥ ਲੱਗੇਗਾ। ਦੁਬਦਾ ਚੂਕੈ ਤਾਂ ਸ਼ਬਦ ਪਛਾਣ। ਜੇ ਤੁਸੀਂ ਸ਼ਬਦ ਦੀ ਪਛਾਣ ਕਰੋਗੇ, ਸ਼ਬਦ ਦੇ ਸਿਧਾਂਤ ਨੂੰ, ਉਹਦੇ ਰਹੱਸ ਨੂੰ, ਉਹਦੇ ਰਸ ਨੂੰ ਪਛਾਣ ਲਵੋਗੇ, ਤੇ ਫਿਰ ਤੁਹਾਡੀ ਦੁਬਦਾ ਨਾਸ ਹੋ ਜਾਵੇਗੀ। ਘਰ ਬਾਹਰ ਏਕੋ ਕਰ ਜਾਣ। ਘਰ ਦੇ ਅੰਦਰ ਵੀ ਤੇ ਬਾਹਰ ਵੀ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਵਰਤ ਰਿਹਾ ਹੈ। ਇਸ ਗੱਲ ਨੂੰ ਤੁਸੀਂ ਜਾਣ ਲਵੋਗੇ। ਭਾਵ ਜਦੋਂ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ, ਗੁਰੂ ਸ਼ਬਦ ਦੀ ਡੂੰਘੀ ਪਛਾਣ ਹਾਸਲ ਕਰ ਲਈ, ਫਿਰ ਘਰ ਤੇ ਬਾਹਰ ਇੱਕੋ ਤੁਸੀਂ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਵੋਗੇ। ਇਹਾ ਮਤ ਸ਼ਬਦ ਹੈ ਸਾਰ। ਵੀ ਇਹੀ ਸਭ ਤੋਂ ਸ੍ਰੇਸ਼ਟ ਮਤ ਹੈ, ਵੀ ਤੁਸੀਂ ਗੁਰੂ ਕੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਓ। ਵਿੱਚ ਦੁਬਦਾ ਮਾਥੈ ਪਵੈ ਸ਼ਾਰ। ਜੇ ਤੁਸੀਂ ਦੁਬਦਾ ਦੇ ਵਿੱਚ ਹੀ ਪਏ ਰਹੇ, ਦੁਬਦਾ ਬੌਰੀ ਮਨ ਬਉਰਾਇਆ, ਝੂਠੇ ਲਾਲਚ ਜਨਮ ਗਵਾਇਆ, ਫਿਰ ਦੁਬਦਾ ਦੇ ਵਿੱਚ ਪੈ ਕੇ ਤੁਸੀਂ ਹਮੇਸ਼ਾ ਲਈ ਆਪਣੇ ਮੱਥੇ ਸਿਰ ਉੱਤੇ ਸੁਆਹ ਪਵਾਓਗੇ। ਭਾਵ ਦੁਬਦਾ ਦੇ ਵਿੱਚ ਤਾਂ ਮੱਥੇ ਉੱਤੇ ਸਿਰ ਉੱਤੇ ਸੁਆਹ ਹੀ ਪੈਂਦੀ ਹੈ। ਕਰਨੀ ਕੀਰਤ ਗੁਰਮਤਿ ਸਾਰ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਵੀ ਕਰਨੀ ਸਾਰ, ਇਹ ਸ੍ਰੇਸ਼ਟ ਕਰਨੀ ਹੈ। ਕਿਹੜੀ? ਕੀਰਤ ਗੁਰਮਤਿ। ਗੁਰੂ ਦੀ ਮੱਤ ਨੂੰ ਧਾਰਨ ਕਰਕੇ ਵਾਹਿਗੁਰੂ ਦੀ ਸਿਫਤ ਸਲਾਹ ਕਰੋ, ਇਹ ਸਭ ਤੋਂ ਸ੍ਰੇਸ਼ਟ ਕਰਨੀ ਹੈ। ਸੰਤ ਸਭਾ ਗੁਣ ਗਿਆਨ ਵਿਚਾਰ। ਫਿਰ ਸੰਤਾਂ ਦੀ ਸਭਾ ਵਿੱਚ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਐਸੇ ਮਹਾਂਪੁਰਖਾਂ ਦੀ ਸਭਾ ਸੰਗਤ ਵਿੱਚ ਜਾ ਕੇ ਵਾਹਿਗੁਰੂ ਦੀ ਪ੍ਰਾਪਤੀ ਦੇ ਗੁਣਾਂ ਦੀ ਤੇ ਗਿਆਨ ਦੀ ਵਿਚਾਰ ਕਰਨੀ ਚਾਹੀਦੀ ਹੈ। ਮਨ ਮਾਰੇ ਜੀਵਤ ਮਰ ਜਾਣ। ਲੋ ਜਿਹੜਾ ਆਪਣੇ ਮਨ ਨੂੰ ਮਾਰ ਲਵੇ, ਉਹ ਜੀਵਤ ਪਾਉ ਤੋਂ ਮਰਿਆ ਹੋਇਆ ਜਾਣ ਲਈਦਾ। ਮਨ ਨੂੰ ਕਿਵੇਂ ਮਾਰਨਾ ਹੈ? ਜਿਹੜੇ ਮਨ ਦੇ ਸੰਕਲਪ ਵਿਕਲਪ ਨੇ, ਉਹਨਾਂ ਨੂੰ ਅਭਾਵ ਕਰਨਾ। ਸੰਕਲਪੋ ਵਿਕਲਪੋ ਹੀ ਮਨਾ। ਜਿਵੇਂ ਸਾਡੇ ਸਰੀਰ ਵਿੱਚ ਸਵਾਸ ਨੇ, ਸਵਾਸ ਰੁਕ ਜਾਣ ਤੇ ਸਰੀਰ ਨਾਸ ਹੋ ਜਾਂਦਾ, ਤੇ ਮਨ ਦੇ ਸੰਕਲਪ ਵਿਕਲਪ ਮਰ ਜਾਣ ਤੇ ਮਨ ਵੀ ਮਰ ਜਾਂਦਾ। ਇਉਂ ਮਨ ਮਾਰੇ, ਮਨ ਦੇ ਸੰਕਲਪਾਂ ਵਿਕਲਪਾਂ ਨੂੰ ਜਿਹੜਾ ਅਭਾਵ ਕਰ ਲੈਂਦਾ ਹੈ, ਜੀਵਤ ਮਰ ਜਾਣੋ, ਜੀਵਤ ਪਾਉ ਤੋਂ ਮਰਿਆ ਹੋਇਆ ਜਾਣੀਦਾ ਹੈ। ਨਾਨਕ ਨਦਰੀ ਨਦਰ ਪਛਾਣ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਨਦਰ ਦੇ ਮਾਲਕ ਦੀ ਨਦਰ ਦੇ ਵਿੱਚ ਪਛਾਣ, ਵੀ ਉਹਦੀ ਪਛਾਣ ਹੋ ਜਾਂਦੀ। ਭਾਵ ਜਦੋਂ ਉਹ ਪਰਮੇਸ਼ਰ ਦਾ ਪਿਆਰਾ, ਉਹ ਮਰ ਜੀਵੜਾ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦਾ ਹੈ, ਤੇ ਉਹਦੀ ਉੱਥੇ ਵੀ ਜਾਣ ਪਛਾਣ ਹੋ ਜਾਂਦੀ ਹੈ। ਵਾਹਿਗੁਰੂ ਉਸ ਨੂੰ ਆਪਣੇ ਪਾਸ ਬੁਲਾ ਲੈਂਦਾ ਹੈ। ਪ੍ਰਭਾਤੀ ਮਹੱਲਾ ਪਹਿਲਾ। ਦੱਖਣੀ ਗੋਤਮ ਤਪਾ ਅਹਿਲਿਆ ਇਸਤਰੀ, ਤਿਸ ਦੇਖ ਇੰਦਰ ਲੋਭਾਇਆ। ਹੁਣ ਅੱਗੇ ਜੋ ਚੌਥਾ ਸ਼ਬਦ ਆ ਰਿਹਾ ਹੈ, ਇਸ ਪਾਵਨ ਸ਼ਬਦ ਦੇ ਅੰਦਰ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਬਹੁਤ ਡੂੰਘੇ ਸਵਾਲ ਦਾ ਜਵਾਬ ਦਿੱਤਾ ਹੈ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ, ਜਦੋਂ ਕਿਸੇ ਆਦਮੀ ਨੂੰ ਪਤਾ ਲੱਗ ਜਾਵੇ ਵੀ
ਰਸਤਾ ਗਲਤ ਹੈ, ਇਹ ਕੰਮ ਮਾੜਾ ਹੈ, ਤੇ ਫਿਰ ਉਹ ਬੰਦਾ ਕੰਮ ਕਰਦਾ ਹੀ ਕਿਉਂ ਹੈ? ਉਹਨੂੰ ਨਹੀਂ ਕਰਨਾ ਚਾਹੀਦਾ। ਪਰ ਪਰਮੇਸ਼ਰ ਦਾ ਭਾਣਾ ਅਟਲ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਇਹ ਜੀਵ ਤੇ ਕਠਪੁਤਲੀ ਹੈ। ਜਿਵੇਂ ਨਾਟ ਪੁਤਲੀ ਨੂੰ ਨਚਾਉਂਦਾ ਉਵੇਂ ਨੱਚਦੀ ਹੈ। ਇਸੇ ਲਈ ਇਹਦੇ ਵੱਸ ਕੁਛ ਨਹੀਂ। ਇਸੇ ਲਈ ਜੋ ਵੀ ਕੁਝ ਸੰਸਾਰ ਦੇ ਵਿੱਚ ਵਰਤ ਰਿਹਾ ਹੈ ਨਾ, ਉਹ ਪਰਮੇਸ਼ਰ ਦਾ ਭਾਣਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਵੀ ਕੈ ਮੋਤਕ ਨਿਆਏ ਸੀ 4 ਵੱਡੀਆਂ ਇਤਿਹਾਸਕ ਉਦਾਹਰਨਾਂ ਦਿੱਤੀਆਂ ਨੇ। ਉਹਨਾਂ ਤੋਂ ਇਹ ਗੱਲ ਸਿੱਧ ਕੀਤੀ ਹੈ, ਕੋਈ ਜਾਣ ਨਾ ਭੁੱਲੈ ਪਾਏ। ਕੋਈ ਜਾਣ ਬੁੱਝ ਕੇ ਆਦਮੀ ਭੁੱਲਣਾ ਨਹੀਂ ਚਾਹੁੰਦਾ, ਭੁੱਲ ਦਾ ਸ਼ਿਕਾਰ ਨਹੀਂ ਬਣਨਾ ਚਾਹੁੰਦਾ। ਹੇ ਭਾਈ, ਇਸ ਗੱਲ ਨੂੰ ਸਮਝੋ, ਕੋਈ ਜਾਣ ਬੁੱਝ ਕੇ ਆਦਮੀ ਗਲਤੀ ਨਹੀਂ ਕਰਦਾ। ਸੋ ਭੁੱਲੈ ਜਿਸ ਆਪ ਭੁਲਾਏ। ਵਾਹਿਗੁਰੂ ਦਾ ਭਾਣਾ ਹੈ, ਜਿਸ ਨੂੰ ਵਾਹਿਗੁਰੂ ਆਪ ਭੁਲਾ ਦੇਵੇ ਉਹ ਭੁੱਲ ਦਾ ਸ਼ਿਕਾਰ ਹੁੰਦਾ। ਬੂਝਾ ਜਿਸੈ ਬੁਝਾਏ, ਜਿਸ ਨੂੰ ਵਾਹਿਗੁਰੂ ਸਮਝਾ ਦੇਵੇ ਸਹੀ ਰਸਤਾ, ਉਹ ਸਹੀ ਰਸਤੇ ਨੂੰ ਸਮਝ ਲੈਂਦਾ। ਜਿਹਨੂੰ ਕੁਰਾਹੇ ਪਾਉਣਾ ਚਾਹੇ ਉਹਨੂੰ ਕੁਰਾਹੇ ਪਾ ਦਿੰਦਾ। ਇਹ ਸਭ ਕੁਝ ਵਾਹਿਗੁਰੂ ਦੇ ਭਾਣੇ ਦੀ ਖੇਡ ਹੈ। ਭਾਣਾ ਉਜੜ, ਭਾਣਾ ਰਾਹ, ਭਾਣਾ ਹਰ ਗੁਣ ਗੁਰਮੁਖ ਗਾਵਾਹ। ਭਾਣੇ ਦੇ ਵਿੱਚ ਹੀ ਆਦਮੀ ਸਹੀ ਰਸਤੇ ਚੱਲਦਾ ਹੈ ਤੇ ਭਾਣੇ ਦੇ ਵਿੱਚ ਹੀ ਕੁਰਾਹੇ ਪੈ ਜਾਂਦਾ ਹੈ। ਇਹ ਸਭ ਕੁਝ ਵਾਹਿਗੁਰੂ ਦੇ ਹੁਕਮ ਦੀ ਖੇਡ ਹੈ। ਲਓ ਹੁਣ ਗਰੀਬ ਨਿਵਾਜ ਸਤਿਗੁਰੂ ਜੀ ਆਰੰਭ ਤੋਂ ਫਰਮਾਉਂਦੇ ਹਨ, ਪ੍ਰਭਾਤੀ ਰਾਗ ਹੈ ਤੇ ਦੱਖਣੀ ਇਸ ਦੀ ਜਾਤੀ ਹੈ। ਦੱਖਣੀ ਜਾਤੀ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਗੇ ਪਾਵਨ ਪਵਿੱਤਰ ਕੁਛ ਪੌਰਾਣਿਕ ਪ੍ਰਮਾਣ ਦੇ ਕੇ ਵੀ ਵਾਹਿਗੁਰੂ ਦੇ ਭਾਣੇ ਦੀ ਖੇਡ ਨੂੰ ਦਰਸਾਉਂਦੇ ਨੇ। ਗੌਤਮ ਤਪਾ ਅਹਿਲਿਆ ਇਸਤਰੀ। ਇਹ ਗੌਤਮ ਤਪਸਵੀ ਹੋਇਆ। ਗੌਤਮ ਇੱਕ ਰਿਸ਼ੀ ਹੋਇਆ। ਉਹਦੀ ਇਸਤਰੀ ਸੀ ਅਹਿਲਿਆ, ਬਹੁਤ ਸੁੰਦਰ ਸੀ। ਤਿਸ ਦੇਖ ਇੰਦਰ ਲੋਭਾਇਆ। ਉਹਨੂੰ ਵੇਖ ਕੇ ਇੰਦਰ ਦੇਵਤਿਆਂ ਦਾ ਪਾਤਸ਼ਾਹ, ਜਿਹਦੇ ਕੋਲੇ 365 ਰਾਣੀਆਂ ਨੇ, ਚੜ੍ਹਦੇ ਤੋਂ ਚੜ੍ਹਦੇ ਰੂਪ ਵਾਲੀਆਂ, ਸੱਚੀ ਉਸ ਦੀ ਪਟਰਾਣੀ ਹੈ ਜੋ ਸਭ ਤੋਂ ਸੁੰਦਰ ਮੰਨੀ ਗਈ ਹੈ। ਪਰ ਵੇਖ ਲਓ, ਉਹ ਦੇਵਤਿਆਂ ਦਾ ਪਾਤਸ਼ਾਹ ਇੰਦਰ ਉਸ ਗੌਤਮ ਰਿਸ਼ੀ ਦੀ ਇਸਤਰੀ ਅਹਿਲਿਆ ਨੂੰ ਦੇਖ ਕੇ ਲੁਭਾਇਆ, ਉਹਦੇ ਉੱਤੇ ਲੁਭਾਏ ਮਾਨ ਹੋ ਗਿਆ, ਉਹਦੇ ਉੱਤੇ ਮੋਹਿਤ ਹੋ ਗਿਆ। ਸਹਿਸ ਸਰੀਰ ਚਿਹਨ ਭਗ ਹੋਏ, ਤਾ ਮਨ ਪਛੋਤਾਇਆ। ਫਿਰ ਹੋਇਆ ਕਿ ਜਦੋਂ ਗੌਤਮ ਰਿਸ਼ੀ ਦੇ ਘਰ ਗਿਆ, ਉਸ ਨੇ ਸਰਾਪ ਦੇ ਦਿੱਤਾ। ਸਹਿਸ ਸਰੀਰ ਚਿਹਨ ਪਗ ਹੋਏ। ਫਿਰ ਉਹਦੇ ਸਰੀਰ ਉੱਤੇ, ਸਹਿਸ ਦਾ ਅਰਥ ਹੈ 1000, ਭਗਾਂ ਦੇ ਚਿੰਨ੍ਹ ਦਾ ਅਰਥ ਹੈ ਨਿਸ਼ਾਨ ਹੋ ਗਏ। ਗੌਤਮ ਰਿਸ਼ੀ ਕਹਿਣ ਲੱਗਾ ਵੀ ਤੂੰ ਇਸ ਭਗ ਦੇ ਬਦਲੇ ਰਿਸ਼ੀਆਂ ਦਾ ਵੀ ਸਤਿਕਾਰ ਨਹੀਂ ਕੀਤਾ, ਤੂੰ ਇੱਥੇ ਖੇ ਖਾਣ ਵਾਸਤੇ ਆ ਗਿਆ। ਤੇਰੇ ਸਰੀਰ ਦੇ ਵਿੱਚ ਹੀ ਉਹ ਭਗਾਂ ਦੇ ਨਿਸ਼ਾਨ ਬਣ ਜਾਣ। ਫਿਰ ਇਹਦੇ ਸਰੀਰ 'ਤੇ ਹੀ 1000 ਭਗਾਂ ਦੇ ਨਿਸ਼ਾਨ ਬਣ ਗਏ ਸਨ। ਤਾਂ ਮਨ ਪਛੋਤਾਇਆ। ਫਿਰ ਉਹ ਆਪਣੇ ਮਨ ਦੇ ਵਿੱਚ ਪਛਤਾਤਾਪ ਕਰਨ ਲੱਗਿਆ। ਇਤਿਹਾਸ ਤੇ ਬੜਾ ਲੰਬਾ ਹੈ, ਪਰ ਗੁਰੂ ਮਹਾਰਾਜ ਨੇ ਕੇਵਲ ਪ੍ਰਮਾਣ ਦਿੱਤਾ ਹੈ, ਟੂਕ ਮਾਤਰ ਪ੍ਰਮਾਣ। ਬਈ ਵੇਖ ਲਓ, ਇੰਦਰ ਦੇਵਤਿਆਂ ਦਾ ਪਾਤਸ਼ਾਹ ਕਿੰਨਾ ਸਿਆਣਾ ਹੋਣਾ ਚਾਹੀਦਾ ਸੀ, ਪਰ ਜਦੋਂ ਮਾਇਆ ਨੇ ਇਹਦਾ ਮਨ ਭਰਮਾ ਦਿੱਤਾ, ਇਹਨੇ ਗੌਤਮ ਰਿਸ਼ੀ ਦੀ ਵੀ ਪਰਵਾਹ ਨਹੀਂ ਕੀਤੀ। ਉਹਦੇ ਘਰ ਜਾ ਕੇ ਖੇ ਖਾਧੀ ਤੇ ਫਿਰ ਉਹਨੂੰ ਸਰਾਪ ਮਿਲਿਆ। ਫਿਰ ਉਹਨੂੰ ਪਛਤਾਤਾਪ ਕਰਨਾ ਪਿਆ। ਕੋਈ ਜਾਣ ਨਾ ਭੁੱਲੈ ਭਾਈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਕੋਈ ਜਾਣ ਬੁੱਝ ਕੇ ਆਦਮੀ
ਕੋਈ ਭੁੱਲ ਨਹੀਂ ਕਰਨੀ ਚਾਹੁੰਦਾ, ਗਲਤੀ ਨਹੀਂ ਕਰਨੀ ਚਾਹੁੰਦਾ, ਕੋਈ ਗਲਤ ਕੰਮ ਨਹੀਂ ਕਰਨਾ ਚਾਹੁੰਦਾ। ਸੋ ਭੂਲੈ ਜਿਸ ਆਪ ਭੁਲਾਏ, ਬੂਝੈ ਜਿਸੈ ਬੁਝਾਈ। ਅਸਲੀ ਤਾਂ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੈ ਸਭ ਦੇ ਉੱਤੇ ਵਰਤ ਰਿਹਾ। ਬਿਨਾਂ ਹੁਕਮ ਨੇ ਝੂਲੇ ਪਾਤਾ, ਸੋ ਹੋਵੇ ਜੋ ਕਰੇ ਵਿਦਾਤਾ। ਸੋ ਭੂਲੈ ਜਿਸ ਆਪ ਭੁਲਾਏ, ਜਿਸ ਨੂੰ ਵਾਹਿਗੁਰੂ ਆਪ ਭੁਲਾ ਦੇਵੇ ਉਹ ਭੁੱਲ ਦਾ ਸ਼ਿਕਾਰ ਹੋ ਜਾਂਦਾ। ਬੂਝਾ ਜਿਸੈ ਬੁਝਾਏ, ਜਿਸ ਨੂੰ ਸਹੀ ਰਸਤਾ ਦਿਖਾ ਦੇਵੇ ਉਹ ਸਹੀ ਰਸਤਾ ਸਮਝ ਲੈਂਦਾ ਹੈ। ਭਾਵ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਵਿੱਚ ਹੀ ਜੀਵ ਚੰਗੇ ਕਰਮ ਕਰਦਾ ਹੈ ਅਤੇ ਭਾਣੇ ਦੇ ਵਿੱਚ ਹੀ ਬੁਰੇ ਕਰਮ ਕਰਦਾ ਹੈ। ਰਹਾਉ ਤਿਨ ਹਰੀ ਚੰਦ ਪ੍ਰਿਥਵੀ ਪਤ ਰਾਜੈ, ਕਾਗਦ ਕੀਮ ਨਾ ਪਾਈ। ਵਿਸਰਾਮ ਦੇ ਕੇ ਗਰੀਬਨ ਵਾਸ ਸਤਿਗੁਰੂ ਜੀ ਇੱਕ ਹੋਰ ਵੀ ਇੱਕ ਪੌਰਾਣਿਕ ਪ੍ਰਮਾਣ ਦਿੰਦੇ ਨੇ। ਇੱਕ ਹਰੀ ਚੰਦ ਰਾਜਾ ਹੋਇਆ, ਬੜਾ ਦਾਨੀ ਸੀ, ਪ੍ਰਿਥਵੀ ਪਤ ਧਰਤੀ ਦਾ ਮਾਲਕ ਰਾਜਾ ਸੀ। ਕਾਗਦ ਕੀਮ ਨਾ ਪਾਈ, ਉਹਨੇ ਇੰਨੇ ਪੁੰਨ ਦਾਨ ਕੀਤੇ ਸਨ ਵੀ ਜੇ ਉਹਨਾਂ ਨੂੰ ਕਾਗਜ਼ 'ਤੇ ਲਿਖੀਏ ਉਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਇੰਨੇ ਉਸਨੇ ਪੁੰਨ ਦਾਨ ਕੀਤੇ ਸਨ। ਔਗਣ ਜਾਣੈ ਤਾਂ ਪੁੰਨ ਕਰੇ ਕਿਉਂ, ਕਿਉਂ ਨੇ ਖਾਸ ਬਿਕਾਈ। ਬਈ ਜੇ ਉਹ ਪੁੰਨ ਦਾਨ ਦੇ ਵਿੱਚ ਕੋਈ ਔਗਣ ਜਾਣਦਾ, ਕੋਈ ਬੁਰਾਈ ਸਮਝਦਾ, ਫਿਰ ਉਹ ਪੁੰਨ ਕਰਦਾ ਹੀ ਕਿਉਂ? ਕਿਉਂ ਨੇ ਖਾਸ ਬਿਕਾਈ, ਕਿਉਂ ਜਾ ਕੇ ਆਦਮ ਫਰੋਸ਼ ਮੰਡੀ ਵਿੱਚ ਵਿਕਦਾ? ਕਿਉਂ? ਹਰੀ ਚੰਦ ਦਾਨੀ ਸੀ ਪਰ ਉਹਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ। ਹੰਕਾਰ ਹੋਣ ਦਾ ਸਦਕਾ ਫਿਰ ਉਸ ਨੂੰ ਸ਼ਰਾਪ ਮਿਲਿਆ। ਉਹ ਸ਼ਰਾਪ ਦੇ ਕਾਰਨ ਉਸ ਨੂੰ ਮੰਡੀ ਵਿੱਚ ਜਾ ਕੇ ਵਿਕਣਾ ਪਿਆ। ਕਰੋਂ ਅਟਾਈ ਧਰਤੀ ਮੰਗੀ, 52 ਰੂਪ ਬਹਾਨੈ। ਦੇਖ ਲਓ ਸਤਿਯੁਗ ਦੇ ਵਿੱਚ ਇੱਕ ਬਲ ਰਾਜਾ ਹੋਇਆ, ਉਹਨੂੰ ਵੀ ਦੈਂਤਾਂ ਦਾ ਰਾਜਾ ਮੰਨਿਆ ਗਿਆ ਅਤੇ ਉਸ ਬਲ ਰਾਜੇ ਦੇ ਪਾਸ ਵਿਸ਼ਨੂੰ 52 ਰੂਪ ਧਾਰਨ ਕਰਕੇ ਆਇਆ। 52 ਤੋਂ ਭਾਵ ਹੈ 52, 52 ਉਂਗਲੀਆਂ ਦਾ ਉਹਦਾ ਸਿਰਫ ਆਕਾਰ ਸੀ। ਕਰੋਂ ਅਟਾਈ ਧਰਤੀ ਮੰਗੀ, ਉਸ 52 ਅਵਤਾਰ ਨੇ ਜੋ ਵਿਸ਼ਨੂੰ ਦਾ ਅਵਤਾਰ ਸੀ, ਬ੍ਰਾਹਮਣ ਬਣ ਕੇ ਆਇਆ। ਉਹਨੇ ਬਲ ਰਾਜੇ ਦੇ ਕੋਲੋਂ 2.5 ਕਰਮਾਂ ਧਰਤੀ ਮੰਗ ਲਈ। ਇੱਕ ਛੋਟਾ ਜਿਹਾ ਬੌਣਾ ਜਿਹਾ ਰੂਪ ਧਾਰਨ ਕਰਕੇ ਅਤੇ ਇਸ ਬਹਾਨੇ ਵੀ ਇਸ ਨੂੰ ਪਤਾ ਨਾ ਲੱਗੇ ਅਤੇ ਬਲ ਰਾਜੇ ਕੋਲੋਂ 2.5 ਕਰਮਾਂ ਧਰਤੀ ਮੰਗ ਲਈ। ਕਿਉਂ ਭਇਆਲ ਜਾਏ ਕਿਉਂ ਛਲੀਐ, ਜੇ ਬਲ ਰੂਪ ਪਛਾਨੈ। ਵੀ ਜੇ ਬਲ ਰਾਜੇ ਨੂੰ ਉਸ 52 ਦੇ ਰੂਪ ਦੀ ਪਛਾਣ ਹੋ ਜਾਂਦੀ ਫਿਰ ਉਹ ਕਿਵੇਂ ਛਲਿਆ ਜਾਂਦਾ? ਨਹੀਂ ਸੀ ਛਲਿਆ ਜਾਣਾ। ਫਿਰ ਕਿਉਂ ਪਤਾਲ ਵਿੱਚ ਜਾਂਦਾ ਅਤੇ ਨਹੀਂ ਸੀ ਜਾਣਾ? ਇਹਦਾ ਮਤਲਬ ਵਾਹਿਗੁਰੂ ਦਾ ਭਾਣਾ ਹੈ। ਹੁਣ ਜਦੋਂ 52 ਅਵਤਾਰ ਨੇ ਬਲ ਰਾਜੇ ਕੋਲੋਂ 2.5 ਕਰਮਾਂ ਧਰਤੀ ਮੰਗੀ, ਜਿਹੜਾ ਦੈਂਤਾਂ ਦਾ ਗੁਰੂ ਸੀ ਸ਼ੁਕਰਾਚਾਰੀਆ, ਉਹਨੇ ਇਸ ਨੂੰ ਮਨਾ ਵੀ ਕੀਤਾ ਬਈ ਤੇਰੇ ਨਾਲ ਧੋਖਾ ਹੋ ਰਿਹਾ, ਪਰ ਬਲ ਰਾਜੇ ਨੇ ਉਸ ਦੀ ਗੱਲ ਨਾ ਮੰਨੀ। ਅਤੇ ਫਿਰ ਉਹ ਜਦੋਂ ਪਾਣੀ ਦੀ ਚੂਲੀ ਭਰ ਕੇ 2.5 ਕਰਮਾਂ ਧਰਤੀ ਦਾਨ ਕਰਨ ਲੱਗਿਆ, ਫਿਰ ਸ਼ੁਕਰਾਚਾਰੀਆ ਇੱਕ ਟਿੱਡਾ ਬਣ ਕੇ ਉਸ ਗੰਗਾ ਸਾਗਰ ਦਾ ਜਿਹੜਾ ਮੂੰਹ ਸੀ ਉਹਦੇ ਵਿੱਚ ਬੈਠ ਗਿਆ ਵੀ ਪਾਣੀ ਬਾਹਰ ਨਹੀਂ ਨਿਕਲਣ ਦੇਣਾ, ਵੀ ਮੇਰੇ ਰਾਜੇ ਨਾਲ ਧੋਖਾ ਹੋ ਰਿਹਾ। ਪਰ ਉਹ ਕਹਿੰਦੇ ਨੇ ਜਦੋਂ ਗੰਗਾ ਸਾਗਰ ਵਿੱਚੋਂ ਪਾਣੀ ਕੱਢਣ ਲੱਗੇ ਅਤੇ ਪਾਣੀ ਨਿਕਲਿਆ ਨਾ, ਫਿਰ ਇੱਕ ਡੱਕਾ ਲੈ ਕੇ ਉਹਦੇ ਵਿੱਚ ਮਾਰਿਆ। ਉਹ ਟਿੱਡਾ ਬਣਿਆ ਸ਼ੁਕਰਾਚਾਰੀਆ ਸੀ, ਉਹਦੀ ਅੱਖ ਵਿੱਚ ਵੱਜਿਆ, ਫਿਰ ਥੋੜ੍ਹਾ ਜਿਹਾ ਪਾਣੀ ਬਾਹਰ ਆਇਆ। ਉਹਦੇ ਨਾਲ ਹੀ ਫਿਰ ਉਸਨੇ 2.5 ਕਰਮਾਂ ਧਰਤੀ ਦਾਨ ਕਰਨ ਦਾ ਬਚਨ ਦੇ ਦਿੱਤਾ। ਅਤੇ ਜਦੋਂ ਬਚਨ ਹੋਇਆ ਫਿਰ ਉਹਨੇ ਆਪਣਾ ਇੰਨਾ ਵਿਰਾਟ ਰੂਪ ਧਾਰਨ ਕੀਤਾ ਅਤੇ ਇੱਕ ਕਰਮ ਦੇ ਨਾਲ ਸਾਰੀ ਧਰਤੀ ਮਿਲ ਲਈ ਅਤੇ ਦੂਜੀ ਕਰਮ ਦੇ ਨਾਲ ਅਤੇ ਇਹਨੇ ਸਵਰਗ ਵੀ ਮਿਲ ਲਿਆ। ਅਤੇ ਇਹਨੂੰ ਕਹਿੰਦਾ ਵੀ ਹਾਲੇ ਅੱਧੀ ਕਰਮ ਹੋਰ ਧਰਤੀ ਰਹਿੰਦੀ ਹੈ,
ਉਹ ਵੀ ਦੇ। ਫਿਰ ਇਹ ਬਲ ਰਾਜਾ ਕਹਿਣ ਲੱਗਾ, ਹੁਣ ਮੇਰਾ ਸਰੀਰ ਹੀ ਹੈ, ਅੱਧੀ ਕਰਮ ਦੀ ਥਾਂ ਇਹ ਲੈ ਲੈ। ਫਿਰ ਉਹਨੇ ਉਹਦੀ ਛਾਤੀ 'ਤੇ ਪੈਰ ਰੱਖਿਆ, ਉਹਨੂੰ ਹੇਠਾਂ ਪਤਾਲ ਦੇ ਵਿੱਚ ਧਸਾ ਦਿੱਤਾ। ਕਹਿੰਦਾ ਹੁਣ ਤੂੰ ਇਸ ਧਰਤੀ 'ਤੇ ਨਹੀਂ ਰਹਿ ਸਕਦਾ, ਜਾਂ ਪਤਾਲ ਵਿੱਚ ਜਾ। ਅਤੇ ਫਿਰ ਪਤਾਲ ਵਿੱਚ ਜਾ ਕੇ ਉਸ ਨੂੰ ਰਹਿਣਾ ਪਿਆ ਸੀ। ਦੇਖੋ, ਉਸ ਦੇ ਗੁਰੂ ਨੂੰ ਵੀ ਸਮਝਾਇਆ, ਪਰ ਫਿਰ ਵੀ ਉਹਦੀ ਗੱਲ ਨਾ ਮੰਨੀ। ਇਹ ਭਾਣੇ ਦੀ ਗੱਲ ਹੁੰਦੀ ਹੈ। ਵਿਸ਼ਨੂੰ ਨੇ 52 ਰੂਪ ਦਾ ਬਹਾਨਾ ਬਣਾ ਕੇ ਬਲ ਰਾਜੇ ਕੋਲੋਂ 28 ਕਰਮਾਂ ਧਰਤੀ ਮੰਗ ਲਈ ਸੀ। ਅਤੇ ਜੇ ਬਲ ਰਾਜਾ ਵਿਸ਼ਨੂੰ ਦੇ ਰੂਪ ਨੂੰ ਪਛਾਣ ਲੈਂਦਾ ਤੇ ਕਿਉਂ ਛਲਿਆ ਜਾਂਦਾ, ਕਿਉਂ ਪਤਾਲ ਵਿੱਚ ਜਾਂਦਾ? ਨਹੀਂ ਸੀ ਜਾਣਾ ਚਾਹੀਦਾ, ਪਰ ਵਾਹਿਗੁਰੂ ਦਾ ਭਾਣਾ ਹੀ ਇਸ ਤਰ੍ਹਾਂ ਸੀ। ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ। ਲਓ, ਇੱਕ ਵਾਰੀ ਜਨਮੇਜਾ ਰਾਜਾ ਸੀ। ਉਸ ਨੇ ਮਹਾਭਾਰਤ ਦੀ ਕਥਾ ਸੁਣੀ। ਬਿਆਸ ਜੀ ਨੇ ਕਥਾ ਸੁਣਾਈ, ਅਤੇ ਜਦੋਂ ਉਸਨੇ ਇਹ ਸੁਣਿਆ, ਇਹ ਪਾਂਡਵਾਂ ਦੇ ਵਿੱਚੋਂ ਸੀ ਵੀ ਜਿਹੜੇ ਤੁਹਾਡੇ ਬਜ਼ੁਰਗ ਸੀ 5 ਪਾਂਡਵ, ਉਹਨਾਂ ਨੇ ਜੂਆ ਖੇਡਿਆ, ਅਤੇ ਜੂਆ ਖੇਡਣ ਤੋਂ ਬਾਅਦ ਉਹ ਰਾਜ ਵੀ ਹਾਰ ਗਏ, ਹਾਥੀ ਘੋੜੇ ਸੰਪੱਤੀ ਸਭ ਕੁਝ ਹਾਰ ਗਏ। ਫਿਰ ਦ੍ਰੋਪਦੀ ਨੂੰ ਵੀ ਦਾਅ 'ਤੇ ਲਾ ਦਿੱਤਾ। ਫਿਰ ਦੇਸ਼ ਨਿਕਾਲਾ ਹੋਇਆ, 1 ਸਾਲ ਲੋਕੇ ਕੱਟਣਾ ਪਿਆ, ਬੜੀ ਮੁਸੀਬਤ ਚੱਲੀ। ਜਨਮੇਜਾ ਰਾਜਾ ਕਹਿਣ ਲੱਗਾ, ਜੇ ਬੰਦੇ ਨੂੰ ਪਹਿਲਾਂ ਪਤਾ ਲੱਗ ਜਾਵੇ ਵੀ ਆਹ ਗੱਲ ਆਹ ਭਾਵੀ ਵਰਤਣੀ ਹੈ, ਫਿਰ ਉਹ ਗਲਤ ਕੰਮ ਕਿਉਂ ਕਰਦਾ? ਨਹੀਂ ਕਰਨਾ ਚਾਹੀਦਾ। ਬਿਆਸ ਕਹਿਣ ਲੱਗਾ ਵੀ ਬੰਦੇ ਦੇ ਵੱਸ ਕੁਝ ਨਹੀਂ ਹੁੰਦਾ, ਜੋ ਵਾਹਿਗੁਰੂ ਕਰਦਾ ਕਰਾਉਂਦਾ ਉਹੀ ਹੁੰਦਾ। ਉਹ ਕਹਿੰਦਾ, ਮੈਂ ਨਹੀਂ ਇਸ ਗੱਲ ਨੂੰ ਮੰਨਦਾ। ਬਿਆਸ ਤ੍ਰਿਕਾਲਦਰਸ਼ੀ ਸੀ, ਕਹਿਣ ਲੱਗਾ, ਅੱਛਾ ਫਿਰ ਇਉਂ ਕਰ, ਜਿਹੜੀ ਤੇਰੇ ਨਾਲ ਹੋਣੀ ਵਰਤਣੀ ਆ, ਮੈਂ ਤੈਨੂੰ ਪਹਿਲਾਂ ਦੱਸ ਦੇਣਾ। ਤੂੰ ਸ਼ਿਕਾਰ ਖੇਡਣ ਵਾਸਤੇ ਜਾਣਾ, ਤੇਰੇ ਪਾਸ ਇੱਕ ਘੋੜੀ ਹੋਵੇਗੀ, ਇੱਕ ਦਰਿਆਈ ਘੋੜਾ ਉਹਦੇ ਨਾਲ ਸੰਗ ਕਰੇਗਾ, ਉਹ ਬਹੁਤ ਸੋਹਣਾ ਇੱਕ ਬਸ਼ੇਰਾ ਦੇਵੇਗੀ। ਤੂੰ ਉਸ ਬਸ਼ੇਰੇ ਦਾ ਜਦੋਂ ਵੱਡਾ ਹੋਇਆ, ਘੋੜਾ ਬਣ ਗਿਆ, ਅਸਮੇਤ ਜਗ ਕਰੇਗਾ। ਉਸ ਜਗ ਦੇ ਵਿੱਚ ਤੂੰ 18 ਬ੍ਰਾਹਮਣਾਂ ਨੂੰ ਮਾਰੇਗਾ। ਫਿਰ ਤੂੰ ਮਹਾਭਾਰਤ ਸੁਣੇਗਾ, ਫਿਰ ਤੇਰੇ ਮਨ ਦੇ ਵਿੱਚ ਸ਼ੰਕਾ ਹੋਵੇਗੀ, ਅਤੇ ਫਿਰ ਕੋੜ ਦੇ ਨਾਲ ਮਰੇਗਾ। ਇਹ ਸਾਰਾ ਕੁਝ ਤੇਰੇ ਨਾਲ ਇਸ ਤਰ੍ਹਾਂ ਹੋਣਾ ਹੈ। ਮੈਂ ਤੈਨੂੰ ਪਹਿਲਾਂ ਦੱਸ ਦਿੱਤਾ, ਹੁਣ ਆਪਣਾ ਪ੍ਰਬੰਧ ਕਰ ਲੈ। ਹੁਣ ਸਾਰੀਆਂ ਗੱਲਾਂ ਸਮਝਾ ਵੀ ਦਿੱਤੀਆਂ, ਪਰ ਸਮਾਂ ਪਾ ਕੇ ਫਿਰ ਰਾਜਾ ਜਨਮੇਜਾ ਸਭ ਕੁਝ ਹੀ ਭੁੱਲ ਗਿਆ। ਕੋਈ ਸੌਦਾਗਰ ਸੋਹਣੀ ਘੋੜੀ ਲੈ ਕੇ ਆਇਆ ਅਤੇ ਘੋੜੀ ਖਰੀਦ ਲਈ। ਫਿਰ ਉਸ ਦੇ ਬਾਹਰ ਸ਼ਿਕਾਰ ਖੇਡਣ ਵਾਸਤੇ ਗਿਆ। ਫਿਰ ਉਸਨੇ ਬਸ਼ੀਰਾ ਦਿੱਤਾ, ਉਹਨੇ ਜਗ ਕੀਤਾ, ਅਤੇ ਜਦੋਂ ਆਪਣੀ ਇੱਕ ਰਾਣੀ ਸੀ ਅਤੇ ਉਹ ਅਰਧ ਨਗਨ ਬਸਤਰ ਪਾ ਕੇ ਰਾਜੇ ਦੇ ਨਾਲ ਆਈ, ਉਹਨੂੰ ਦੇਖ ਕੇ ਬ੍ਰਾਹਮਣ ਹੱਸ ਪਏ, ਅਤੇ ਇਹਨੇ ਗੁੱਸੇ ਵਿੱਚ ਆ ਕੇ ਜਿਹੜੇ 18 ਬ੍ਰਾਹਮਣ ਸਨ, ਅਤੇ ਉਹਨਾਂ ਨੂੰ ਜੱਗ ਦੇ ਵਿੱਚ ਹੀ ਜਿਹੜੇ ਖੀਰ ਦੇ ਕੜਾਹੇ ਸਨ, ਉਹਨਾਂ ਵਿੱਚ ਤਲ ਤਲ ਕੇ ਮਾਰ ਦਿੱਤਾ ਸੀ। ਅਤੇ ਹੁਣ ਉਸ ਪੌਰਾਣਿਕ ਪ੍ਰਮਾਣ ਨੂੰ ਗੁਰੂ ਮਹਾਰਾਜ ਦੇ ਕੇ ਇਹ ਗੱਲ ਸਿੱਧ ਕਰਦੇ ਨੇ, ਕੋਈ ਜਾਣ ਨਾ ਭੁੱਲੇ ਪਾਈ। ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ। ਬਿਆਸ ਵੇਦ ਬਿਆਸ ਜੀ ਨੇ ਰਾਜੇ ਜਨਮੇਜੇ ਨੂੰ ਮਤੀ ਦਾ ਅਰਥ ਹੈ ਮਤਾਂ ਦੇ ਕੇ, ਸਿੱਖਿਆ ਦੇ ਕੇ, ਬਾਰ-ਬਾਰ ਬਰਜ ਉਸ ਨੂੰ ਵਰਜਿਆ ਵੀ ਤੂੰ ਆਹ ਕੰਮ ਨਹੀਂ ਕਰਨਾ, ਅਤੇ ਉਹਨੂੰ ਪੜ੍ਹਾਇਆ, ਸਭ ਕੁਝ ਸਿਖਾਇਆ ਵੀ ਆਹ ਕੰਮ ਤੇਰੇ ਕਰਨ ਵਾਲਾ ਨਹੀਂ, ਤੂੰ ਨਾ ਕਰੀ। ਪਰ ਉਹ ਫਿਰ ਵੀ ਨਾ ਟਲਿਆ। 3 ਕਰ ਜਗ 18 ਘਾਏ, ਕੀਰਤਨਾ ਚੱਲੈ ਚਲਾਇਆ। ਵੇਖ ਲਓ, ਜਿਹੜੀਆਂ ਗੱਲਾਂ ਤੋਂ ਰੁਕਿਆ ਸੀ, ਫਿਰ ਉਹੀ ਕੰਮ ਉਹਨੇ ਫਿਰ ਦੁਬਾਰਾ ਕੀਤੇ। ਉਹਨੇ ਫਿਰ ਜਗ ਕੀਤਾ, ਜਗ ਕਰਕੇ ਉਸਨੇ 18 ਬ੍ਰਾਹਮਣ ਮਾਰ ਦਿੱਤੇ। ਕੀਰਤਨਾ ਚੱਲੈ ਚਲਾਇਆ, ਫਿਰ ਉਹਦਾ ਫਲ ਉਹਨੂੰ ਭੋਗਣਾ ਪਿਆ। ਅਤੇ ਜਿਹੜਾ ਕੀਤੇ ਕਰਮਾਂ ਦਾ ਲੇਖ ਹੈ, ਉਹ ਕਿਸੇ ਦਾ ਚਲਾਇਆ ਚੱਲ ਨਹੀਂ ਸਕਦਾ। ਲੇਖ ਨਾ ਮਿਟੀ ਹੈ ਸਖੀ, ਜੋ ਲਿਖਿਆ ਕਰਤਾਰ,
ਫਿਰ ਉਹਨੂੰ ਕੀਤੇ ਕਰਮ ਦਾ ਫਲ ਭੋਗਣਾ ਪਿਆ। ਗਣਤ ਨਾ ਗਣੀ ਹੁਕਮ ਪਛਾਣਾ, ਬੋਲੀ ਭਾਏ ਸੁਭਾਈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਗਣਤ ਨਾ ਗਣੀ, ਮੈਂ ਹੋਰ ਕੋਈ ਗਿਣਤੀਆਂ ਮਿਣਤੀਆਂ ਨਹੀਂ ਗਿਣਦਾ, ਮੈਂ ਹੋਰ ਬਹੁਤੀਆਂ ਸੋਚਾਂ ਦੇ ਵਿੱਚ ਨਹੀਂ ਪੈਂਦਾ। ਜੋ ਵੀ ਕੁਝ ਹੈ ਹੁਕਮ ਪਛਾਣਾ, ਮੈਂ ਤੇ ਵਾਹਿਗੁਰੂ ਦੇ ਹੁਕਮ ਨੂੰ ਪਛਾਣਦਾ ਹਾਂ। ਬੋਲੀ ਪਾਏ ਸੁਭਾਈ, ਜਿਹੜੀ ਮੇਰੀ ਸੁਭਾਵਕ ਬੋਲ ਬਾਣੀ ਹੈ ਉਹ ਪਾਏ ਪ੍ਰੇਮ ਤੇ ਸ਼ਰਧਾ ਵਾਲੀ ਹੁੰਦੀ ਹੈ। ਜੋ ਕਿਛ ਵਰਤੈ ਤੁਧੈ ਫਲਾਹੀ, ਸਭ ਤੇਰੀ ਵਡਿਆਈ। ਹੇ ਵਾਹਿਗੁਰੂ, ਜੋ ਕੁਛ ਵਰਤ ਰਿਹਾ ਹੈ ਇਹ ਤੇਰਾ ਭਾਣਾ ਹੈ। ਤੁਧਾ ਸਲਾਹੀ, ਮੈਂ ਤੇ ਤੇਰੀ ਸਿਫਤ ਸਲਾਹੀ ਕਰਦਾ ਰਹਿਣਾ ਹਾਂ। ਸਭ ਤੇਰੀ ਵਡਿਆਈ, ਜੋ ਵੀ ਕੁਛ ਦੁਨੀਆ ਦੇ ਵਿੱਚ ਹੋ ਰਿਹਾ ਹੈ ਨਾ, ਖਿਨ ਮੈਂ ਅਵਰ ਖਿਨੈ ਮੈਂ ਅਵਰਾ ਅਚਰ ਚਲ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮਾ ਪਾਰੇ। ਇਹ ਸਾਰੀ ਤੇਰੀ ਹੀ ਵਡਿਆਈ ਹੈ, ਇਹ ਤੇਰੀ ਆਪਣੀ ਪ੍ਰਭਤਾ ਹੈ, ਇਹ ਤੇਰੀ ਆਪਣੀ ਮੌਜ ਹੈ, ਇਹ ਤੇਰੀ ਆਪਣੀ ਰਜ਼ਾ ਹੈ। ਗੁਰਮੁਖ ਅਲੇਪਤ ਲੇਪ ਕਦੇ ਨਾ ਲਾਗੈ, ਸਦਾ ਰਹਿ ਸਰਣਾਈ। ਜਿਹੜੇ ਗੁਰਮੁਖ ਨੇ ਉਹ ਹਮੇਸ਼ਾ ਲਈ ਮੋਹ ਮਾਇਆ ਤੋਂ ਨਿਰਲੇਪ ਰਹਿੰਦੇ ਨੇ, ਉਹਨਾਂ ਨੂੰ ਕਦੇ ਮੋਹ ਮਾਇਆ ਦਾ ਲੇਪ ਸ਼ੇਪ ਲੱਗਦਾ ਹੀ ਨਹੀਂ ਹੈ। ਕਿਉਂ? ਸਦਾ ਰਹਿ ਸਰਣਾਈ, ਉਹ ਹਮੇਸ਼ਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹਿੰਦੇ ਹਨ। ਮਨਮੁਖ ਮੁਗਧ ਆਗੈ ਚੇਤੈ ਨਾਹੀ, ਦੁੱਖ ਲਾਗੈ ਪਛਤਾਈ। ਲੋਕ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਮਨਮੁਖ ਬੰਦੇ ਨੂੰ ਜੇ ਆਖੀਏ ਨਾ ਪਾਏ ਤੋਂ ਰੱਬ ਦਾ ਸਿਮਰਨ ਕਰਿਆ ਕਰ। ਮਨਮੁਖ ਆਦਮੀ ਮੂਰਖ ਪਹਿਲਾਂ ਨਹੀਂ ਚੇਤੇ ਕਰਦਾ ਰੱਬ ਨੂੰ। ਦੁੱਖ ਲਾਗੈ ਪਛਤਾਏ, ਜਦੋਂ ਆ ਕੇ ਮੁਸੀਬਤ ਪੈਂਦੀ ਹੈ, ਕੋਈ ਜ਼ਹਿਮਤ ਘੇਰ ਲੈਂਦੀ ਹੈ, ਕੋਈ ਸੰਕਟ ਆ ਜਾਂਦਾ ਹੈ, ਕੋਈ ਰੋਗ ਸੋਗ ਆ ਕੇ ਘੇਰਦਾ ਹੈ, ਫਿਰ ਉਸ ਵੇਲੇ ਫਿਰ ਉਹ ਪਛਤਾਉਂਦਾ ਹੈ। ਦੁੱਖ ਲੱਗੇ ਤੋਂ ਪਛਤਾਉਂਦਾ, ਪਰ ਪਹਿਲਾਂ ਰੱਬ ਨੂੰ ਚੇਤੇ ਨਹੀਂ ਕਰਦਾ। ਆਪੇ ਕਰੇ ਕਰਾਏ ਕਰਤਾ, ਜਿਨ ਇਹ ਰਚਨਾ ਰਚੀਐ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਉਹ ਕਰਤਾ ਪੁਰਖ ਜਿਹਨੇ ਰਚਨਾ ਰਚੀ ਹੈ, ਜਿਸਨੇ ਸਾਰੀ ਰਚਨਾ ਨੂੰ ਰਚਿਆ ਹੈ। ਅੱਜ ਜਿੰਨੀ ਰਚਨਾ ਹੈ ਆਪਣੀ ਮਾਇਆ ਆਪ ਸਾਰੀ ਆਪਹਿ ਦੇਖਣ ਹਾਰਾ, ਨਾਨਾ ਰੂਪ ਧਰੇ ਬਹੁਰੰਗੀ ਸਭ ਤੇ ਰਹਿ ਨਿਆਰਾ। ਇਹ ਸਾਰੀ ਰਚਨਾ ਜਿਸ ਵਾਹਿਗੁਰੂ ਨੇ ਆਪ ਰਚੀ ਹੈ। ਆਪੇ ਕਰੇ ਕਰਾਏ ਕਰਤਾ, ਉਹ ਕਰਤਾ ਪੁਰਖ ਵਾਹਿਗੁਰੂ ਆਪ ਹੀ ਸਭ ਕੁਛ ਕਰਦਾ ਹੈ ਤੇ ਆਪ ਹੀ ਹੋਰਾਂ ਪਾਸੋਂ ਕਰਾਉਂਦਾ ਹੈ। ਹਰ ਅਭਿਮਾਨ ਨਾ ਜਾਈ ਜੀਓ, ਅਭਿਮਾਨੇ ਪੈ ਪਚੀਐ। ਲੋਕ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਹਰ ਹੈ ਵਾਹਿਗੁਰੂ ਜੀ, ਪਰ ਇਹ ਮਨੁੱਖ ਦੇ ਮਨ ਦੇ ਵਿੱਚੋਂ ਅਭਿਮਾਨ ਨਾ ਜਾਈ, ਹੰਕਾਰ ਨਹੀਂ ਜਾਂਦਾ। ਅਭਿਮਾਨੇ ਪੈ ਪਚੀਐ, ਹੰਕਾਰ ਦੇ ਵਿੱਚ ਪੈ ਕੇ ਹੀ ਇਹ ਸੜਦਾ ਗਲਦਾ ਹੈ। ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਹੰਕਾਰ ਲੂਣ ਦੀ ਖਾਣ ਹੈ, ਜਿਹਦਾ ਇਹਦੇ ਵਿੱਚ ਪੈ ਜਾਂਦਾ ਹੈ ਉਹ ਗਲ ਸੜ ਜਾਂਦਾ। ਇਸੇ ਲਈ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਮਨੁੱਖ ਦੇ ਵਿੱਚੋਂ ਹੰਕਾਰ ਨਹੀਂ ਜਾਂਦਾ। ਇਹ ਕਹਿੰਦਾ ਮੈਂ ਕੀਤਾ, ਮੈਂ ਆਹ ਕਰਾਂਗਾ, ਬਸ ਇਹਦੇ ਅੰਦਰੋਂ ਹੰਕਾਰ ਨਹੀਂ ਜਾਂਦਾ। ਕਰਨ ਕਰਾਉਣ ਵਾਲਾ ਤੇ ਵਾਹਿਗੁਰੂ ਹੈ, ਆਪੇ ਕਰੇ ਕਰਾਏ ਕਰਤਾ, ਪਰ ਹੰਕਾਰ ਕਰਦਾ ਹੈ ਤੇ ਹੰਕਾਰ ਦੇ ਨਾਲ ਹੀ ਇਹ ਮਾਰਿਆ ਜਾਂਦਾ ਹੈ। ਹੰਕਾਰਿਆ ਸੋ ਮਾਰਿਆ, ਅਵਮਾਨੇ ਪੈ ਪਚਿਆ, ਤੇ ਹੰਕਾਰ ਦੇ ਵਿੱਚ ਹੀ ਪੈ ਕੇ ਸੜਦਾ ਗਲਦਾ ਹੈ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ। ਗਰੀਬ ਨਿਵਾਜ ਸਤਿਗੁਰੂ ਜੀ ਅੱਗੇ ਸਿਧਾਂਤਕ ਬਚਨ ਕਹਿੰਦੇ ਨੇ, ਭੁੱਲਣ ਵਿੱਚ ਕੀਆ ਸਭ ਕੋਈ, ਸਭ ਕੋਈ, ਹਰ ਕੋਈ ਇਨਸਾਨ ਭੁੱਲਣ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤਾ। ਇਹਦਾ ਮਤਲਬ ਇਹ ਹੈ, ਭੁੱਲਣ ਅੰਦਰ ਸਭ ਕੋ, ਹਰ ਆਦਮੀ ਕੋਈ ਨਾ ਕੋਈ ਗਲਤੀ ਕਰ ਲੈਂਦਾ, ਹੋ ਜਾਂਦੀ ਹੈ। ਕਰਤਾ ਆਪ ਨਾ ਭੁੱਲੈ, ਤੇ ਜਿਹੜਾ ਕਰਤਾ ਪੁਰਖ ਪਰਮ ਪਿਤਾ ਪਰਮਾਤਮਾ ਉਹ ਆਪ ਕਦੀ ਨਹੀਂ ਭੁੱਲਦਾ। ਬਾਕੀ ਦੁਨੀਆ ਵਿੱਚ ਕੀ ਪੀਰ ਪੈਗੰਬਰ ਅਵਤਾਰ ਹੈ, ਪਰ ਜੋ ਵੀ ਹੋਏ ਨੇ ਤੇ ਉਹਨਾਂ ਤੋਂ ਕੋਈ ਨਾ ਕੋਈ ਭੁੱਲਾਂ ਹੋਈਆਂ ਨੇ, ਉਹਨਾਂ ਤੋਂ ਗਲਤੀਆਂ ਹੋਈਆਂ ਨੇ, ਪਰ ਵਾਹਿਗੁਰੂ ਆਪ ਅਭੁੱਲ ਕਰਤਾਰ ਹੈ। ਨਾਨਕ ਸੱਚ ਨਾਮ ਨਿਸਤਾਰਾ,
ਕੋ ਗੁਰ ਪ੍ਰਸਾਦ ਅਕੁਲੈ। ਅਖੀਰਲੀ ਪੰਕਤੀ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੱਚੇ ਨਾਮ ਕਰਕੇ ਨਿਸਤਾਰਾ ਭਵ ਸਾਗਰ ਤੋਂ ਪਾਰੋ ਤਾਰਾ ਹੁੰਦਾ ਹੈ। ਕੋ ਗੁਰ ਪ੍ਰਸਾਦ ਅਕੁਲੈ, ਕੋਈ ਵਿਰਲਾ ਗੁਰੂ ਦੀ ਕਿਰਪਾ ਦੁਆਰਾ, ਅਕੁਲੈ ਦਾ ਅਰਥ ਹੈ ਬੰਦ ਖਲਾਸ ਹੁੰਦਾ। ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਹੀ ਜਨਮ ਮਰਨ ਤੋਂ, ਮੋਹ ਮਾਇਆ ਤੋਂ ਛੁਟਕਾਰਾ ਪ੍ਰਾਪਤ ਕਰਦਾ ਹੈ। ਜਿਹੜਾ ਅਕੁਲੈ ਸ਼ਬਦ ਹੈ ਨਾ, ਕੁੱਲੈ ਦਾ ਅਰਥ ਹੁੰਦਾ ਘੁਲ ਮਿਲ ਜਾਣਾ, ਅਤੇ ਐੜੇ ਦਾ ਇਹ ਨਿਸ਼ੇਧ ਵਿੱਚ ਲੱਗਿਆ ਹੋਏ। ਅਕੁਲੈ ਉਹ ਘੁਲਦਾ ਮਿਲਦਾ ਨਹੀਂ, ਭਾਵ ਉਹ ਸਾਰਿਆਂ ਤੋਂ ਵੱਖਰਾ ਹੋ ਜਾਂਦਾ ਹੈ। ਗੁਰੂ ਦੀ ਕਿਰਪਾ ਦੁਆਰਾ ਉਹਨੂੰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਉਹਨੂੰ ਜਨਮ ਮਰਨ ਤੋਂ ਛੁਟਕਾਰਾ ਪ੍ਰਾਪਤ ਹੋ ਜਾਂਦਾ ਹੈ। ਇਹ ਹੈ ਪਾਵਨ ਗੁਰਬਾਣੀ ਦੀ ਵਿਚਾਰ ਜੋ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ ਆਪਾਂ ਜਿਸ ਵਿਚਾਰ ਨੂੰ ਸੁਣਿਆ ਇਹਨੂੰ ਆਪਣੇ ਜੀਵਨ ਵਿੱਚ ਵਸਾਈਏ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ। ਨਾਨਕ ਸੱਚ ਨਾਮ ਨਿਸਤਾਰਾ, ਕੋ ਗੁਰ ਪ੍ਰਸਾਦ ਅਕੁਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।